ਜਦੋਂ ਇਹ ਕਾਨੂੰਨ ਜਿਹੜਾ ਉਹ ਤੇ ਇੱਕੋ ਜਿਹਾ ਹੋਣਾ ਚਾਹੀਦਾ ਨਾ। ਬਿਲਕੁਲ ਸਹੀ ਗੱਲ। ਆਜ਼ਮ ਮਿਰਜ਼ਾ ਸਾਹਿਬ ਤੇ ਕਹਿੰਦੇ ਨੇ ਕਿ ਇਹ ਕਾਨੂੰਨ ਨਹੀਂ ਸੀ ਜਵਾਬ ਦੇਣੇ ਚਾਹੀਦੇ, ਤੇ ਅੱਜ ਜਿਹੜੇ ਨੇ ਇਹ ਹੁਣ ਮੈਂ ਗੱਲ ਇਹ ਹੈਗੀ ਆ, ਮੇਰੀ ਗੱਲ ਸੁਣੋ ਫੈਜ਼ ਸਾਹਿਬ ਵੀ ਸਾਰਾ ਦਿਨ ਇਹੀ ਲੱਗੇ ਰਹਿੰਦੇ ਨੇ। ਪੱਪੂ ਮਲਕ ਸਾਹਿਬ ਦੇ ਮੂੰਹ 'ਚ ਵੀ ਇਹੀ ਹੈ ਕਿ ਜੀ ਉਹਨਾਂ ਨੇ ਇੰਝ ਹਜ਼ਰਤ ਈਸਾ ਦੀ ਗੁਸਤਾਖੀ ਕਰਤੀ। ਮੈਂ ਕਹਿੰਦਾ ਹਰ ਦੂਸਰਾ ਬੰਦਾ ਜਿਹੜਾ ਨਾ ਉਹ ਇਹੀ ਗੱਲ ਲੈ ਕੇ ਆਉਂਦਾ ਜੀ ਇਹ ਹਜ਼ਰਤ ਈਸਾ ਦੀ ਗੁਸਤਾਖੀ ਕੀਤੀ। ਹਾਲਾਂਕਿ ਤੁਸੀਂ ਸਮਝਦਾਰ ਹੋ, ਤੁਹਾਨੂੰ ਪਤਾ ਹੈ ਕਿ ਇਲਜ਼ਾਮੀ ਜਵਾਬ ਦਿੱਤੇ ਨੇ। ਤੁਸੀਂ ਵੇਖੋ ਇੱਥੋਂ ਤਾਂ ਤੁਸੀਂ ਜਿਹੜਾ ਨਾ ਤੁਹਾਡੇ ਵਾਸਤੇ ਫਿਰ ਵੀ ਜਿਹੜਾ ਨਾ ਇੱਕ ਇਤਰਾਮੀ ਮਤਲਬ ਕਿ ਮਸਲਾ ਹੈ। ਮੁਖਾਲਫਤ ਆਪਣੀ ਜਗ੍ਹਾ 'ਤੇ ਤੁਹਾਨੂੰ ਸੁਣੀਦਾ, ਬੜਾ ਸੁਣੀਦਾ, ਲੇਕਿਨ ਕਮ ਅਜ਼ ਕਮ ਤੁਹਾਨੂੰ ਅੱਲਾਹ ਤਾਲਾ ਨੇ ਇਲਮ ਤੇ ਦਿੱਤਾ ਨਾ, ਕੋਈ ਸਮਝ ਦਿੱਤੀ ਹੈ। ਤੁਸੀਂ ਮਕਸਦ ਇਸ ਚੀਜ਼ ਨੂੰ ਤਾਂ ਇਕਰਾਰ ਕਰ ਲਿਆ ਨਾ ਕਿ ਇਲਜ਼ਾਮੀ ਜਵਾਬ ਦੇਣਾ ਬਣਦਾ ਹੈ, ਉਹਦੇ ਕੋਈ ਮਸਲਾ ਨਹੀਂ। ਲੇਕਿਨ ਇਹੀ ਚੀਜ਼ ਦੀ ਅਵੇਅਰਨੈਸ ਜਿਹੜੀ ਹੈ ਉਹ ਸ਼ਾਇਦ ਡੱਡੂ ਹੈਗਾ, ਸੌਰੀ ਮੈਂ ਉਹਦਾ ਨਾਮ ਗਲਤ ਲੈ ਬੈਠਾ, ਸ਼ਾਇਦ ਸਾਹਿਬ ਨੇ, ਉਹ ਸਾਰਾ ਦਿਨ ਇਹੀ ਲੈ ਕੇ ਬੈਠੇ ਰਹਿੰਦੇ ਨੇ ਪੜ੍ਹਨ ਕਿ ਜੀ ਇਹ ਹਜ਼ਰਤ ਈਸਾ ਨੂੰ ਕੀ ਕਹਿਤਾ ਜੀ, ਇਹ ਮਸੀਹਾਂ ਨੂੰ ਕੀ ਕਹਿਤਾ ਫਲਾਣਾ। ਤੇ ਤੁਹਾਨੂੰ ਤਾਂ ਸਮਝ ਆ ਗਈ ਕਿ ਉਹ ਇਲਜ਼ਾਮੀ ਜਵਾਬ ਨੇ ਜੋ ਵੀ ਦਿੱਤੇ ਨੇ। ਔਰ ਹਰ ਮਕਸਦ ਤੁਹਾਡੇ ਤੋਂ ਇਲਾਵਾ ਜਿੰਨੇ ਬੰਦੇ ਨੇ, ਬੜੇ ਬੜੇ ਵੱਡੇ ਆਲਮ ਜਾਂ ਛੋਟੇ, ਸਭ ਇਹੀ ਗੱਲ ਮਕਸਦ ਹੈ ਕਿ ਕਰਦੇ ਨੇ ਜਿਹੜੀ ਅੱਜ ਮੁਹਤਰਮ ਅਬਾਬੀਲ ਸਾਹਿਬ ਨੇ ਕੀਤੀ ਹੈ, ਜਵਾਬ ਇਲਜ਼ਾਮੀ ਜਵਾਬ ਦਿੱਤਾ ਹੈ। ਤੇ ਮੈਂ ਤਾਂ ਸਮਝਦਾ ਇਸ ਚੀਜ਼ ਨੂੰ, ਲੇਕਿਨ ਮੈਂ ਲਾਈਵ ਲਗਾਈ ਸੀ ਕਿ ਆਮ ਸਾਦਾ ਮੁਸਲਮਾਨਾਂ ਨੂੰ ਸਮਝਾਵਾਂ, ਦੱਸਾਂ ਕਿ ਵੇਖੋ ਜਦੋਂ ਦੋ ਮਜ਼ਹਬਾਂ ਦੇ ਦਰਮਿਆਨ ਆਪਸ ਵਿੱਚ ਇਖਤਲਾਫੀ ਮੌਜ਼ੂਆਤ ਹੁੰਦੇ ਨੇ ਤੇ ਉਹਦੇ ਵਿੱਚ ਫਿਰ ਉਸੇ ਰੰਗ 'ਚ ਹੀ ਇਲਜ਼ਾਮੀ ਜਵਾਬ ਦਿੱਤਾ ਜਾਂਦਾ, ਨਾ ਕਿ ਉਸ ਤੋਂ ਹਟ ਕੇ ਦਿੱਤਾ ਜਾਂਦਾ। ਵੀ ਇੱਕ ਪਾਸਾ ਨੌਜ਼ ਬਿल्ला रसूल पाक सल्लल्लाहु अलैहि वसल्लम और इस्लाम ਦੀ ਮਕਸਦ ਹੈ ਕਿ ਖੁਦ ਸਾਖਤਾ ਬੁਰਾਈ ਬਿਆਨ ਫਰਮਾ ਰਿਹਾ, ਤੇ ਦੂਸਰਾ ਪਾਸਾ ਹੱਥ ਬੰਨ ਕੇ ਅੱਗੇ ਸਮੇਂ ਅੱਲਾ ਤੇ ਅਲਹਮਦ ਸ਼ਰੀਫ ਪੜ੍ਹਦਾ ਰਵੇ। ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਗੱਲ ਹੋ ਗਈ ਨਹੀਂ ਸਭ ਪੂਰੀ ਕਰ। ਦੂਸਰੇ ਮਜ਼ਹਬ ਵਾਲੇ ਨੇ ਵੀ ਤੇ ਜਵਾਬ ਦੇਣਾ ਨਾ ਕਿ ਬਈ ਵੇਖੋ ਇਹ ਗੱਲ ਇੰਝ ਹੈ ਤੇ ਇਹ ਗੱਲ ਤੁਹਾਡੇ ਲਈ ਇੰਝ ਹੈਗੀ ਹੈ। ਜੀ ਸਿਆਲ ਸਾਹਿਬ ਕਰੋ। ਹੋ ਗਈ ਮੀਆਂ ਸਾਹਿਬ ਗੱਲ। ਲਓ ਜੀ ਮੀਆਂ ਸਾਹਿਬ, ਗੱਲ ਇਹ ਹੈ ਕਿ ਇਹ ਪਹਿਲੀ ਤਾਂ ਗੱਲ ਤੁਸੀਂ ਇਹ ਜਿਹੜੀ ਸਹੀ ਨਹੀਂ ਕੀਤੀ। ਅਸੀਂ ਤਾਂ ਕਦੀ ਵੀ ਜ਼ਿੰਦਗੀ 'ਚ ਨਹੀਂ ਕਿਹਾ ਕਿ ਇਲਜ਼ਾਮੀ ਜਵਾਬ ਦੇਣਾ ਦਰੁਸਤ ਨਹੀਂ ਜਾਂ ਦੇਣਾ ਨਹੀਂ ਚਾਹੀਦਾ। ਉਹ ਤੇ 1400 ਸਾਲ ਤੋਂ ਜਦੋਂ ਵੀ ਕੋਈ ਮਨਾਜ਼ਰਾ ਕਿਸੇ ਵੀ ਮੁਖਾਲਫ ਨਾਲ ਹੋਇਆ, ਕਿਸੇ ਵੀ ਮਜ਼ਹਬ ਦਾ ਹੋਏ, ਤੇ ਇਲਜ਼ਾਮੀ ਜਵਾਬ ਦਾ ਮਨਾਜ਼ਰੇ ਦਾ ਇੱਕ ਹਿੱਸਾ ਹਰ ਕੋਈ ਦਿੰਦਾ ਔਰ ਇਹ ਦਰੁਸਤ ਆ। ਇਹਦੇ 'ਚ ਤਾਂ ਕਦੀ ਨਹੀਂ ਅਸੀਂ ਕਿਹਾ ਕਿ ਇਲਜ਼ਾਮੀ ਜਵਾਬ ਨਹੀਂ ਦੇਣਾ ਚਾਹੀਦਾ। ਮਸਲਾ ਮੀਆਂ ਸਾਹਿਬ ਇਹ ਵੇ ਕਿ ਇਲਜ਼ਾਮੀ ਜਵਾਬ ਤੁਸੀਂ ਦਿਓ ਕ੍ਰਿਸਚਨਾਂ ਨੂੰ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਮਿਰਜ਼ਾ ਸਾਹਿਬ ਦੇਣ ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਕਿਸਮ ਦਾ, ਕੋਈ ਮੁਸਲਮਾਨ ਦੇ ਕੋਈ ਵੀ ਦੇ। ਮਸਲਾ ਹੈ ਕਿ ਮਿਰਜ਼ਾ ਸਾਹਿਬ ਨੇ ਜਿਹੜੀ ਗੱਲਾਂ ਹਜ਼ਰਤ ਈਸਾ अलैहि वसल्लम ਦੇ ਬਾਰੇ ਲਿਖੀਆਂ ਉਹ ਸਾਈਆਂ ਦੇ ਲਿਟਰੇਚਰ 'ਚ, ਉਹਨਾਂ ਦੇ ਅਕਾਇਦ 'ਚ ਹੈ ਕੋਈ ਨਹੀਂ ਜੀ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਮੁਨਸਫ ਬਣਾਉਣਾ, ਤੁਸੀਂ ਜ਼ਰਾ ਫੈਸਲਾ ਕਰੋ ਕਿ ਅਗਰ ਇੱਕ ਈਸਾਈ ਜਿਹੜਾ ਵਾ ਉਹ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਬਾਰੇ ਬੁਰਾ ਭਲਾ ਕਹਿੰਦਾ ਤੇ ਇਲਜ਼ਾਮੀ ਤੌਰ 'ਤੇ ਅਸੀਂ ਉਹਨਾਂ ਨੂੰ ਉਹ ਗੱਲਾਂ ਦੱਸੀਏ ਜਿਹੜੀਆਂ ਉਹਨਾਂ ਦੀ ਬਾਈਬਲ 'ਚ ਲਿਖੀਆਂ ਵਾ ਜਾਂ ਉਹਨਾਂ ਦੇ ਅਕਾਇਦ 'ਚ ਸ਼ਾਮਲ ਆ, ਤੇ ਇਹ ਗੱਲ ਤਾਂ ਹੋਈ ਦਰੁਸਤ। ਤੁਸੀਂ ਮੈਨੂੰ ਦਰੁਸਤ ਕਹਿੰਦੇ ਹੋ ਤਾਂ ਅਸੀਂ ਵੀ ਦਰੁਸਤ ਕਹਿੰਦੇ ਹਾਂ। ਤੇ ਜੇ ਅਸੀਂ ਜਵਾਬੀ ਹਮਲੇ ਦੇ ਤੌਰ 'ਤੇ ਇਹੋ ਜਿਹੀਆਂ ਗੱਲਾਂ ਹਜ਼ਰਤ ਈਸਾ अलैहि ਦੀ ਤਰਫ ਮਨਸੂਬ ਕਰੀਏ ਜਿਹੜੀਆਂ ਨਾ ਸਾਈਆਂ ਦੇ ਅਕੀਦੇ 'ਚ ਪਾਈਆਂ ਜਾਂਦੀਆਂ ਹੋਣ, ਨਾ ਉਹਦਾ ਕੋਈ ਬਾਈਬਲ ਵਗੈਰਾ 'ਚ ਕਿਸੇ ਕੋਈ ਜ਼ਿਕਰ ਹੋਏ, ਇਹ ਫਿਰ ਸਹੀ ਹੋਏਗਾ ਕਿ ਗਲਤ ਹੋਏਗਾ? ਤੁਸੀਂ ਦੱਸੋ ਮੈਨੂੰ। ਜ਼ਿਆ ਸਾਹਿਬ, ਤੁਹਾਡਾ ਕੀ ਖਿਆਲ ਹੈ ਕਿ ਜਿਹੜੇ ਮਸੀਹ ਜਿਹੜੇ ਨੇ ਉਹ ਨੌਜ਼ ਬਿल्ला मिन ज़ालिक रसूल पाक सल्लल्लाहु अलैहि वसल्लम और कुरान मजीद ਤੋਂ ਔਰ ਅਹਾਦੀਸ ਤੋਂ ਜੋ ਚੀਜ਼ਾਂ ਕੱਢ ਕੇ ਆਪਣੇ ਮਕਸਦ ਹੈ ਕਿ ਇੰਟਰਪ੍ਰੀਟੇਸ਼ਨ ਸ਼ਾਮਲ ਕਰਕੇ ਮੁਸਲਮਾਨਾਂ ਨੂੰ ਦੇ ਅੱਗੇ ਪੇਸ਼ ਕਰਦੇ ਨੇ ਜਾਂ ਆਪਣੇ ਮਸੀਹਾਂ 'ਚ ਬੈਠ ਕੇ ਪੇਸ਼ ਕਰਦੇ ਨੇ, ਕਿਆ ਉਹ ਬਿਲਕੁਲ ਉਸੇ ਤਰ੍ਹਾਂ ਹੀ ਹੁੰਦੀ ਇਸਲਾਮ ਵਿੱਚ, ਕੁਰਾਨ ਵਿੱਚ ਜਾਂ ਰਸੂਲ ਪਾਕ ਸੱਲੱਲਾਹੁ ਅਲੈहि ਵਸੱਲਮ ਦੀ? ਬਿਲਕੁਲ ਨਹੀਂ, ਉਸ ਤਰ੍ਹਾਂ ਬਿਲਕੁਲ ਨਹੀਂ ਹੁੰਦੀ, ਬਿਲਕੁਲ ਨਹੀਂ ਹੁੰਦੀ। ਜਿਹੜਾ ਮੈਂ ਤੁਹਾਨੂੰ ਗੱਲ ਪੁੱਛੀ ਆ ਕਿ ਜਵਾਬੀ ਤੌਰ 'ਤੇ ਮੁਸਲਮਾਨ ਅਗਰ ਹਜ਼ਰਤ ਈਸਾ अलैहि वसल्लम 'ਤੇ ਇੰਝ ਦੇ ਇਲਜ਼ਾਮ ਲਾ ਦੇ ਕਿ ਜਿਹੜੇ ਨਾ ਸਾਈਆਂ ਦੇ ਅਕੀਦੇ 'ਚ ਹੋਣ ਤੇ ਨਾ ਉਹਨਾਂ ਦੇ ਲਿਟਰੇਚਰ 'ਚ ਹੋਣ, ਇਹ ਕੰਮ ਠੀਕ ਹੋਏਗਾ? ਨਹੀਂ, ਅਕੀਦੇ ਦੀ ਜਿੱਥੇ ਤੱਕ ਗੱਲ ਹੈ, ਅਕੀਦੇ 'ਚ ਉਹ ਬੇਸ਼ੱਕ ਸ਼ਾਮਲ ਕਰਨ ਨਾ ਕਰਨ, ਤੇ ਅਹਿਮਦੀ ਜਾਂ ਹਜ਼ਰਤ ਮਸੀਹ ਮੌਦ ਨੇ ਮੈਨੂੰ ਇੰਸ਼ੋਰਡ ਹੈਗਾ ਕਿ ਕੋਈ ਗੱਲ ਐਸੀ ਨਹੀਂ ਕੀਤੀ ਹੋ ਸਕਦੀ ਜਿਹੜੀ ਉਹਨਾਂ ਦੀ ਕਿਤਾਬਾਂ 'ਚ ਨਾ ਹੋਵੇ। ਇਹ ਵੱਖਰੀ ਗੱਲ ਹੈ ਕਿ ਸਾਡੇ ਮੁਸਲਮਾਨ ਜਿਹੜੇ ਭਾਈ ਨੇ ਉਹਨਾਂ ਦੀ ਰਿਸਰਚ ਉਨੀ ਨਾ ਹੋਵੇ। ਉਹ ਮੀਆਂ ਸਾਹਿਬ
ਤੁਸੀਂ ਐਸੇ ਗੱਲ ਤੇ ਹੀ ਫੈਸਲਾ ਕਰ ਲੈਂਦੇ ਆ। ਕਮ ਸੇ ਕਮ ਜਿਹੜੇ ਲੋਕ ਮੈਨੂੰ ਫਾਲੋ ਕਰਦੇ ਆ ਨਾ ਉਹਨਾਂ ਦੀ ਮੈਂ ਗਰੰਟੀ ਦਿੰਨਾ, ਵਿੱਚ ਹੀ ਅਮਨ ਨਜ਼ੀਰ ਭਾਈ ਤੇ ਵਿੱਚ ਹੀ ਜਿਹੜੇ ਵੱਡੇ ਵੱਡੇ ਤੁਹਾਡੇ ਨਾਲ ਡਿਬੇਟਾਂ ਕਰਦੇ ਆ, ਸਾਰਿਆਂ ਦੀ ਮੈਂ ਗਰੰਟੀ ਲੈਣਾ, ਮੈਂ ਜ਼ਿੰਮੇਵਾਰੀ ਚੁੱਕਦਾ। ਇੰਨੇ ਬੰਦੇ ਸੁਣ ਰਹੇ ਆ। ਹਜ਼ਰਤ ਤੁਹਾਡੇ ਮਿਰਜ਼ਾ ਸਾਹਿਬ ਤੇ ਜਿਹੜੇ ਜਿਹੜੇ ਇਲਜ਼ਾਮ ਹੈ ਨੇ ਕਿ ਉਹਨਾਂ ਨੇ ਹਜ਼ਰਤ ਈਸਾ अलैहिस्सलातु वस्सलाम ਦੀ ਤਰਫ ਇਹੋ ਜਿਹੀਆਂ ਗੱਲਾਂ, ਗਲਤ ਗੱਲਾਂ ਮਨਸੂਬ ਕੀਤੀਆਂ ਜਿਨ੍ਹਾਂ ਦਾ ਨਾ ਈਸਾਈਆਂ ਦੇ ਅਕੀਦੇ 'ਚ ਕੋਈ ਪਾਈ ਜਾਂਦੀ ਹੈ ਉਹ ਗੱਲ, ਤੇ ਨਾ ਉਹਨਾਂ ਦੇ ਲਿਟਰੇਚਰ 'ਚ। ਅਕੀਦੇ ਨੂੰ ਛੱਡੋ, ਅਕੀਦੇ ਦੀ ਨਹੀਂ ਗੱਲ, ਅਕੀਦਾ ਛੱਡ ਕੇ ਲਿਟਰੇਚਰ ਦੀ ਗੱਲ ਕਰ ਲਓ, ਲਿਟਰੇਚਰ ਦੀ ਕਰ ਲਓ ਗੱਲ। ਜੀ ਜਿਹੜੀ ਗੱਲ ਤੁਸੀਂ ਸਾਬਤ ਕਰ ਦੇਣਗੇ, ਉਹ ਤੁਸੀਂ ਕੋਈ ਆਪਣਾ ਪੜ੍ਹਾ ਲਿਖਿਆ ਸਾਥੀ ਬੁਲਾ ਲਓ, ਜਿਹੜੀ ਗੱਲ ਉਹ ਸਾਬਤ ਕਰਦਾ ਹੈਗਾ ਕਿ ਇਹ ਭਈ ਉਹਨਾਂ ਦੇ ਲਿਟਰੇਚਰ 'ਚ ਮੌਜੂਦ ਆ। ਅੱਜ ਤੋਂ ਬਾਅਦ ਜ਼ਿਆ ਰਸੂਲ ਸਮੇਤ ਜਿਹੜੇ ਬੰਦੇ ਮੈਨੂੰ ਫਾਲੋ ਕਰਦੇ ਆ, ਤੁਸੀਂ ਨਾ ਗਣਾਈ ਜਾਣਾ। ਕਮ ਸੇ ਕਮ ਵੱਡੇ ਵੱਡੇ ਜਿਹੜੇ ਇੱਥੇ ਟਿਕਟੌਕ ਤੇ ਜਾਂ ਸੋਸ਼ਲ ਮੀਡੀਆ ਤੇ ਹੈ ਨੇ, ਮੁਫਤੀ ਮੁਬਸ਼ਰ ਸ਼ਾਹ ਸਾਹਿਬ ਹੋ ਗਏ, ਆਮਰ ਨਜ਼ੀਰ ਭਾਈ ਹੋ ਗਏ, ਤੇ ਹੋਰ ਵੀ ਜਿੰਨੇ ਵੀ ਹੈ ਨੇ, ਜਿਹੜੇ ਸ਼ਾਹ ਸਾਹਿਬ ਨੇ ਉਹ ਤਾਂ ਵੈਸੇ ਇਸ ਟੌਪਿਕ ਤੇ ਗੱਲ ਹੀ ਨਹੀਂ ਕਰਦੇ। ਹੋਰ ਵੀ ਜਿਹੜੇ ਉਹਨਾਂ ਤੇ ਸਾਈਡ ਤੇ ਕਰ ਦੇਣਾ, ਸ਼ਾਹ ਸਾਹਿਬ ਨੂੰ ਸਾਈਡ ਤੇ, ਉਹਨਾਂ ਦੀ ਮੈਂ ਗਰੰਟੀ ਲੈਣਾ ਉਹ ਅੱਜ ਤੋਂ ਬਾਅਦ ਉਹ ਇਤਰਾਜ਼ ਤੁਸੀਂ ਪੂਰੀ ਜ਼ਿੰਦਗੀ ਉਹਨਾਂ ਦੇ ਮੂੰਹ ਚੋਂ ਨਹੀਂ ਸੁਣਨਗੇ। ਹਾਂਜੀ ਠੀਕ ਹੋ ਗਿਆ। ਐਸਾ ਕਰੋ ਨਾ ਕਿ ਕਿਸੇ ਦਿਨ ਸਾਨੂੰ ਇਤਰਾਜ਼ ਲਿਖਾ ਦਿਓ ਨਾ, ਕਿਉਂਕਿ ਦੇਖੋ ਇਹ ਕਾਮਨ ਸੈਂਸ ਦੀ ਗੱਲ ਹੈ ਕਿ ਹੁਣੇ ਤੁਸੀਂ ਇਤਰਾਜ਼ ਲਾਓ ਤੇ ਹੁਣੇ ਕੋਈ ਸੰਦੂਕ ਕਿਤਾਬਾਂ ਦਾ ਕੱਢ ਕੇ ਨਹੀਂ ਬੈਠਾ ਹੋਇਆ ਕਿ ਉਸੇ ਟਾਈਮ ਕਿਤਾਬ ਕੱਢ ਕੇ। ਜ਼ਾਹਰੀ ਗੱਲ ਹੈ ਤੁਸੀਂ ਇਤਰਾਜ਼ ਲਿਖਾਓ। ਵੈਸੇ ਤੇ ਅੱਗੇ ਵੀ ਸਾਰੇ ਕਹਿੰਦੇ ਨੇ 130 ਸਾਲ ਤੋਂ ਦੇ ਰਹੇ ਆ ਜਵਾਬ, ਲੇਕਿਨ ਚਲੋ ਤੁਸੀਂ ਵੀ ਉਹ ਮਕਸਦ ਹੈ ਕਿ ਸਵਾਲ ਜਿਹੜੇ ਇੱਕ ਦੋ ਹੈਗੇ ਨੇ, ਕਿਉਂਕਿ ਦੇਖੋ ਹੁਣ ਤੁਸੀਂ ਮਕਸਦ ਹੈ ਕਿ ਪੂਰੀ ਹੈ ਕਈ ਬਹੁਤ ਸਾਰੀਆਂ ਗੱਲਾਂ ਨੇ, ਇੱਕ ਦੋ ਮੈਂ 4-5 ਤੁਹਾਨੂੰ ਦੱਸ ਦਿੰਨਾ, ਉਹਨਾਂ ਤੋਂ ਸ਼ੁਰੂ ਕਰ ਲਓ। ਜਿਹੜੀ ਗੱਲ ਸਾਬਤ ਹੁੰਦੀ ਜਾਏਗੀ ਉਹਨਾਂ ਤੇ ਕਾਟਾ ਮਾਰਦੇ ਜਾਈਓ। ਮੈਂ ਕਮ ਸੇ ਕਮ ਆਪਣੇ ਸਾਥੀਆਂ ਦੀ ਜ਼ਿੰਮੇਵਾਰੀ, ਇਹ ਬੰਦੇ ਸੁਣ ਰਹੇ ਆ, 30 ਬੰਦੇ ਸੁਣਨ ਵਾਲੇ ਆ। ਬੰਦਾ ਜ਼ੁਬਾਨ ਤੋਂ ਮੁੱਕਰੇ ਤਾਂ ਵੈਸੇ ਹੀ ਪਤਾ ਲੱਗ ਜਾਂਦਾ ਵੀ ਇਹ ਜ਼ੁਬਾਨ ਦਾ ਕੱਚਾ ਬੰਦਾ। ਤੇ ਮੈਂ ਜਨਾਬ ਉਹਨਾਂ ਬੰਦਿਆਂ ਦੀ ਗਰੰਟੀ ਲੈਣਾ, ਉਹਨਾਂ ਦੀ ਜ਼ੁਬਾਨ ਤੋਂ ਤੁਸੀਂ ਅੱਜ ਤੋਂ ਬਾਅਦ ਉਹ ਇਤਰਾਜ਼ ਨਹੀਂ ਕਰੋਗੇ। ਠੀਕ ਹੋ ਗਿਆ ਜੀ। ਕਿ ਫਰਜ਼ ਭਾਈ ਕੀ ਖਿਆਲ ਹੈ? ਫਰਜ਼ ਭਾਈ ਸਾਡੇ ਜਿਹੜੇ ਨੇ ਉਹ ਰਿਸਰਚ ਰੱਖਦੇ ਨੇ ਆਪਣੇ ਇਸ ਵਿੱਚ। ਇਤਰਾਜ਼ਾਤ ਹੈ ਕਿਤਨੇ ਨੇ? मैं थोड़ा बिजी है लिस्ट में लिख ले तो ठीक है। हाँ जी हमसे भाई लिख ले या कोई लिख ले एतराज तो फिर देख लेंगे कर लेंगे। चले ठीक है जी। तो ऐसा करिए सीरियल बना लिए, एक एक दो इतराज कोई लिस्ट बना लो ना पहले इतराजात दी। हाँ फिर ਉਹਦੇ ਤੇ ਵਾਰੀ ਸਾਡੇ ਕੋਲ ਲਿਸਟ ਹੈ ਵੇ, ਸਾਡੇ ਕੋਲ ਲਿਸਟ ਹੈ ਤੇ ਬੜੀ ਲੰਬੀ ਚੌੜੀ ਹੈ। ਤੁਸੀਂ ਤੁਹਾਨੂੰ ਦੱਸਿਆ 5 ਚੀਜ਼ਾਂ ਤੁਹਾਡੇ ਸਾਹਮਣੇ ਰੱਖੀ ਜਾਂਦੇ ਆ, ਤੁਸੀਂ ਉਹ ਸਾਬਤ ਕਰਦੇ ਜਾਓ। ਜਿਹੜੀ ਸਾਬਤ ਹੋ ਜਾਏਗੀ ਫਿਰ ਐਡ ਹੁੰਦੀਆਂ ਜਾਂਦੀਆਂ ਨਾ, ਇੱਕ ਵਾਰੀ ਪਹਿਲੇ ਚੀਜ਼ਾਂ ਸਾਰੀਆਂ ਆ ਜਾਣ ਨਾ ਸਾਹਮਣੇ ਤੇ ਫਿਰ ਤੇ ਪਤਾ ਲੱਗੇ। ਉਹ ਲੰਮੀ ਚੌੜੀ ਵੀ ਬੇਸ਼ੱਕ ਹੈ, ਉਹ ਇੱਕ ਹੋਰ ਕੰਮ ਕਰੋ। ਹਾਂ ਨਹੀਂ ਉਹਦੇ ਬਾਅਦ ਖਿਲਰ ਜਾਣਾ ਨਾ ਕੰਮ ਜਨਾਬ, ਕੰਮ ਖਿਲਰ ਜਾਣਾ ਨਾ, ਸਮਝ ਨਹੀਂ ਆ। ਜ਼ਿਆ ਸਾਹਿਬ ਇੱਕ ਮਿੰਟ ਮੇਰੀ ਗੱਲ ਸੁਣੋ। ਤੁਹਾਡੇ ਕੋਲ ਲਿਸਟ ਹੈ ਨਾ? ਹਾਂਜੀ। ਤੁਸੀਂ ਉਹਦੀ ਮਕਸਦ ਸਟੋਰੀ ਬਣਾ ਕੇ ਮੈਨੂੰ ਇਨਬਾਕਸ ਕਰ ਦੇਣਾ, ਸੌਖਾ ਹਾਲ। ਉਹ ਮੀਆਂ ਸਾਹਿਬ ਇਸ ਤਰੀਕੇ ਜਿਹੜਾ ਨਾ ਉਹ ਖਿਚੜੀ ਪੱਕ ਜਾਣੀ, ਕੁਛ ਵੀ ਨਹੀਂ, ਉਹ ਗੱਲ ਉੱਥੇ ਹੀ ਰਹਿ ਜਾਣੀ ਹੈ। ਮੈਂ ਤੁਹਾਨੂੰ ਦੱਸ ਰਿਹਾ, ਮੇਰੀ ਗੱਲ ਸੁਣੋ ਨਾ। ਜਿਹੜੇ ਇਤਰਾਜ਼ ਖਤਮ ਹੁੰਦੇ ਜਾਣਗੇ ਬਕਾਇਦਾ ਅਸੀਂ ਉਹਦੇ ਤੇ ਖੁਦ ਮੈਂ ਸਟ੍ਰੀਮ ਲਾਵਾਂਗਾ, ਉਹਦੇ ਤੇ ਵੀਡੀਓ ਵੀ ਬਣਾਵਾਂਗਾ, ਵੀਡੀਓ 'ਚ ਵੀ ਦੱਸਾਂਗਾ ਲੋਕਾਂ ਨੂੰ ਵੀ ਇਹ ਇਤਰਾਜ਼ ਖਤਮ ਨੇ, ਅੱਜ ਤੋਂ ਬਾਅਦ ਕੋਈ ਗੱਲ ਨਾ ਕਰੇ, ਸਟ੍ਰੀਮ ਤੇ ਵੀ ਦੱਸਾਂਗਾ। ਮੇਰੀ ਗੱਲ ਸੁਣੋ ਨਾ, ਤੁਸੀਂ ਉਹ ਇੱਕ ਲਿਸਟ ਬਣਾਈ ਨਾ ਇਤਰਾਜ਼ਾਂ ਦੀ? ਹਾਂਜੀ ਹਾਂਜੀ ਬਿਲਕੁਲ। ਉਹ ਤੁਸੀਂ ਮੈਨੂੰ ਇਨਬਾਕਸ ਕਰ ਦੇਣਾ ਨਾ, ਤੇ ਮੈਂ ਆਪਣੇ ਜਿਹੜੇ ਦੋਸਤ ਨੇ ਉਹਨਾਂ ਨੂੰ WhatsApp ਕਰ ਨਹੀਂ ਮੀਆਂ ਸਾਹਿਬ ਇਸ ਤਰੀਕੇ ਨਹੀਂ ਹੋਏਗਾ, ਇੱਥੇ ਹੀ ਅਸੀਂ ਦੱਸਾਂਗੇ ਲਾਈਵ ਹੀ ਕਿ ਇਹ ਇਤਰਾਜ਼ ਨੇ, ਤੇ ਲਾਈਵ ਵੀ ਤੁਸੀਂ ਜਵਾਬ ਦੇਣੇ ਆ ਉਹਦੇ। ਇਨਬਾਕਸ ਵਾਲਾ ਕੋਈ ਮਸਲਾ ਨਹੀਂ, ਨਿਕਲ ਕੇ ਐਡ ਹੁੰਦੇ ਜਾਂਦੇ ਨੇ। ਨਹੀਂ ਪਹਿਲੇ ਤਾਂ ਅਗਰ ਇੱਕ ਲਿਸਟ ਹੋਵੇ ਨਾ, ਪਤਾ ਹੋਵੇ ਕਿ ਇਹ ਇਤਰਾਜ਼ਾਤ ਨੇ, ਇਹ ਡਨ ਹੋ ਗਏ। ਇਹ ਦੇਖੋ ਮੈਂ ਹੁਣੀ ਤੁਹਾਡੇ ਕੋਲ ਜਵਾਬ ਨਹੀਂ ਮੰਗ ਰਿਹਾ, ਇਹ ਹੁਣੇ ਮਿਲਣਾ ਵੀ ਨਹੀਂ ਤੁਹਾਨੂੰ। ਹਰ ਰਿਕਾਰਡ 'ਚ ਆਉਣੀ ਚਾਹੀਦੀ ਹੈ, ਬਗੈਰ ਰਿਕਾਰਡ ਤੋਂ ਨਹੀਂ ਗੱਲ ਹੋਣੀ। ਬਿਲਕੁਲ, ਇਸ ਲਈ ਮੈਂ ਮੇਰੀ ਗੱਲ ਸੁਣੋ, ਮੈਂ ਇਹ ਕਹਿ ਰਿਹਾ ਕਿ ਤੁਸੀਂ ਸਾਨੂੰ ਲਿਸਟ ਦੇ ਦਿਓ, ਅਸੀਂ ਉਹਦੇ 'ਚ ਵੇਖਾਂਗੇ ਕਿ ਅਸੀਂ ਇੱਕ ਲਾਈਵ ਤੇ ਕਿੰਨੇ ਇਤਰਾਜ਼ਾਤਾਂ ਦੇ ਜਵਾਬ ਤੁਹਾਨੂੰ ਕਿਤਾਬਾਂ ਨਾਲ ਦੇ ਸਕਨੇ ਆ। ਇਹ ਕਈ ਇਤਰਾਜ਼ ਹੁੰਦੇ ਨੇ ਕਿ ਉਹ ਬਹੁਤ ਲੰਮੇ ਉਹਨਾਂ ਦੇ ਜਵਾਬ ਹੁੰਦੇ ਨੇ, ਉਹਦੇ ਤੇ ਹੋ ਸਕਦਾ ਇੱਕ ਹੀ ਲਾਈਵ। ਸਭ ਹੈ ਜੀ, ਤੁਹਾਡੇ ਤੇ ਕੋਈ ਪਾਬੰਦੀ ਨਹੀਂ ਹੈ ਵੀ ਤੁਸੀਂ ਹੁਣੀ ਦਿਓ, ਕੱਲ ਨੂੰ ਦਿਓ, ਮਹੀਨੇ ਬਾਅਦ ਦਿਓ ਛੋਟਾ ਜਵਾਬ, ਇਹ ਕਿਸੇ ਕਿਸਮ ਦੀ ਕੋਈ ਪਾਬੰਦੀ ਨਹੀਂ ਹੈ। ਇਹੀ ਤੇ ਮੈਂ ਕਹਿ ਰਿਹਾ, ਮੈਂ ਇਸ ਤਰੀਕੇ ਤੁਸੀਂ ਈਜ਼ੀ ਹੋਵੋ ਉਸ ਤਰੀਕੇ। ਲੇਕਿਨ ਕਹਿ ਰਿਹਾ ਕਿ ਮੇਰੀ ਤਰਫੋਂ ਇੱਕੋ ਹੀ ਗੁਜ਼ਾਰਿਸ਼ ਆ ਕਿ ਜਿਹੜੇ ਵੀ ਇਤਰਾਜ਼ਾਤ ਨੇ ਦੱਸਾਂਗੇ ਅਸੀਂ ਲਾਈਵ ਪੜ੍ਹ ਕੇ ਕਿ ਇਹ ਇਬਾਰਤ ਆ, ਇਹ ਗੱਲ ਮਿਰਜ਼ਾ ਸਾਹਿਬ ਨੇ ਕਹੀ ਆ, ਇਹਨੂੰ ਤੁਸੀਂ ਸਾਬਤ ਕਰ। ਤੁਸੀਂ ਗੱਲ ਨੂੰ ਸਮਝ, ਮੈਂ ਕਿਹਾ ਤੁਸੀਂ ਮੈਨੂੰ ਜਿਹੜੀ ਹੈਗੀ ਨਾ ਲਿਸਟ ਉਹ ਇਨਬਾਕਸ ਕਰ ਦਿਓ,
ਲੇਕਿਨ ਜਦੋਂ ਅਸੀਂ ਉਹਦਾ ਜਵਾਬ ਦਾਂਗੇ ਤੁਹਾਨੂੰ ਇੱਥੇ ਬਿਠਾ ਕੇ ਉਹ ਨਹੀਂ ਨਹੀਂ ਇਤਰਾਜ਼ ਸਭ ਨਹੀਂ 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 ਇੰਜ ਨਹੀਂ ਹਾਂ, ਇਹ ਇਹਦੇ ਕਿਹੜਾ ਹਰ ਨਹੀਂ ਨਹੀਂ ਇਹ ਇੰਜ ਅੱਗੇ ਵੀ ਇੰਜ ਬੜੀ ਵਾਰੀ ਉਹ ਗੱਲ ਉੱਥੇ ਰਹਿ ਜਾਣੀ ਮੀਆਂ ਸਾਹਿਬ ਫਿਰ ਪਾਣੀ 'ਚ ਮਦਾਣੀ ਹੈ ਕਿਸ ਤਰ੍ਹਾਂ ਗੱਲ ਰਹੇ ਹੋ? ਇਬਾਰਤ ਜਿਹੜੀ ਆ ਤੁਹਾਡੀ ਕਿਤਾਬ ਖੋਲ ਕੇ ਉੱਤੋਂ ਪੜ੍ਹ ਕੇ ਸੁਣਾਈ ਜਾਏਗੀ, ਕਿਸੇ ਕਿਸਮ ਦੀ ਕੋਈ ਹਾਸ਼ੀਆ ਰਾਈ ਨਹੀਂ, ਕੋਈ ਕੁਛ ਨਹੀਂ। ਮੇਰੀ ਗੱਲ ਤੇ ਸੁਣੋ ਨਾ, ਤੁਸੀਂ ਗੱਲ ਸੁਣਦੇ ਨਹੀਂ, ਪਹਿਲੇ ਨਹੀਂ ਨਹੀਂ ਕਰ ਛੱਡਦੇ ਹੋ। ਮੈਂ ਗੱਲ ਇਹ ਕਰ ਰਿਹਾ ਕਿ ਤੁਹਾਡੀ ਜਿਹੜੀ ਵੀ ਇਤਰਾਜ਼ਾਤ ਦੀ ਲਿਸਟ ਹੈਗੀ 8 10 12 ਦੀ, ਉਹ ਮੈਨੂੰ ਤੁਸੀਂ ਕਰ ਦਿਓ, ਅਸੀਂ ਉਹਦੇ ਤੇ ਆਪਣੀ ਤਿਆਰੀ ਕਰਕੇ ਉਹਨਾਂ ਦੇ ਹਵਾਲੇ ਲਾ ਕੇ ਕਿਤਾਬਾਂ ਲੈ ਕੇ ਇੱਥੇ ਬਹਿ ਜਾਾਂਗੇ, ਤੁਹਾਨੂੰ ਭਾਲਾਂਗੇ। 5 ਤੁਹਾਨੂੰ ਮੈਂ ਭੇਜ ਦਿੰਨਾ, ਹਾਂ ਠੀਕ ਆ, ਲੇਕਿਨ ਉਹਦੇ ਵਿੱਚ ਇਹ ਹੈ ਕਿ ਜਦੋਂ ਵੀ ਗੁਫ਼ਤਗੂ ਹੋਏ ਗੁਫ਼ਤਗੂ ਲਾਈਵ ਹੋਏਗੀ। ਹਾਂ ਤੇ ਲਾਈਵ ਕਿਤਾਬਾਂ ਮਸੀਹਾਂ ਦੀਆਂ ਕੱਢ ਕੇ, ਕਿਉਂਕਿ ਉਹਨਾਂ ਚ ਜਿਹੜੀਆਂ ਜਿਹੜੀ ਕਿਤਾਬ ਤੂੰ ਮਤਲਬ ਕਿ ਵਨ ਸਾਈਡਡ ਜਵਾਬ ਨਹੀਂ ਹੋਏਗਾ। ਮੈਂ ਕੀ ਕਹਿੰਦਾ ਪਿਆ, ਤੁਹਾਨੂੰ ਸਾਹਮਣੇ ਬਿਠਾ ਕੇ ਸਾਡੇ ਨਾਲ ਗੱਲਬਾਤ ਕਰਨੀ ਹੈ, ਸਾਡੇ ਨਾਲ ਸਾਨੂੰ ਵੇਖੋ ਜੀ ਤੁਹਾਨੂੰ ਸਾਹਮਣੇ ਭਾਵਾਂਗੇ, ਤੁਹਾਨੂੰ ਕਹਾਂਗੇ ਜੀ ਇਹ ਤੁਹਾਡਾ ਇਤਰਾਜ਼ ਨੰਬਰ 1 ਹੈਗਾ, ਉਹ ਜੋ ਤੁਸੀਂ ਲਿਖਿਆ ਹੈਗਾ ਉਹ ਪੜ੍ਹ ਕੇ ਸੁਣਾਵਾਂਗੇ, ਠੀਕ ਹੈ ਨਾ? ਠੀਕ ਹੋ ਤੇ ਉਹ ਪੜ੍ਹ ਕੇ ਸੁਣਾ ਕੇ ਤੁਸੀਂ ਫਿਰ ਅੱਗੋਂ ਜਵਾਬ ਸਾਡੇ ਕੋਲ ਸੁਣਨਾ, ਤੁਸੀਂ ਵਿੱਚ ਕੋਈ ਜੀਰਾ ਨਹੀਂ ਕਰਨੀ, ਕਿਉਂਕਿ ਤੁਸੀਂ ਫਰੀਕ ਹੈ। ਨਹੀਂ ਮੀਆਂ ਸਾਹਿਬ ਇਹ ਰਹਿਣ ਦਿਓ, ਇਹ ਫਿਰ ਇਹਦਾ ਕੋਈ ਫਾਇਦਾ ਨਹੀਂ। ਨਹੀਂ ਇਹਦਾ ਕਿਉਂ ਨਹੀਂ ਫਾਇਦਾ? ਇਹਦਾ ਕੋਈ, ਕਿਉਂਕਿ ਉਹ ਮੈਨੂੰ ਪਤਾ ਨਾ ਕਿ ਉਹ ਜਿਹੜੀ ਅਸਲ ਗੱਲ ਹੋਣੀ ਆ ਉਹ ਵਿੱਚੋਂ ਖਾਈ ਪੀ ਜਾਣੀ ਆ। ਇਹ ਤਾਂ ਵਨ ਸਾਈਡਡ ਹੋ ਗਈ ਨਾ ਗੱਲ, ਕਿ ਤੁਸੀਂ ਉਹ ਤਾਂ ਫਿਰ ਆਲਰੇਡੀ ਤੁਸੀਂ ਦੇ ਰਹੇ ਹੋ, ਆਲਰੇਡੀ ਤੁਸੀਂ ਤੁਹਾਡੇ ਮਰਬੀ ਪੜ੍ਹ ਕੇ ਸੁਣਾ ਰਿਹਾ ਕਿ ਵੇਖੋ ਜੀ ਇਹਦਾ ਇਹ ਜਵਾਬ ਹੈ, ਇਹ ਜਵਾਬ ਇੰਜ ਨਹੀਂ। ਤੁਸੀਂ ਵੇਖੋ ਜੀ, ਤੁਸੀਂ ਇਤਰਾਜ਼ ਕੀਤਾ, ਰਿਟਰਨ ਦੇ ਦਿੱਤਾ ਸਾਨੂੰ ਵੀ ਇਤਰਾਜ਼ ਹੈ ਕਿ ਇਹ ਉਹਨਾਂ ਨੇ ਆਪਣੇ ਕੋਲੋਂ ਇਹ ਗੱਲ ਕੀਤੀ ਹੈ, ਇਹੀ ਇਤਰਾਜ਼ ਨਾ? ਇਹ ਮਸੀਹਾਂ ਦੀ ਕਿਤਾਬ ਵਿੱਚ ਨਹੀਂ ਹੈਗੀ, ਜਾਂ ਉਹ ਜਿਸ ਕਿਤਾਬ ਤੋਂ ਇਹ ਉਹਨਾਂ ਨੇ ਹਵਾਲਾ ਲਿਆ ਉਸ ਕਿਤਾਬ ਵਿੱਚ ਨਹੀਂ ਹੈਗਾ, ਠੀਕ ਹੈ ਨਾ? ਤੇ ਜੇ ਅਸੀਂ ਉਹ ਕਿਤਾਬ ਤੁਹਾਡੇ ਅੱਗੇ ਉਹ ਪੇਸ਼ ਕਰ ਦਈਏ ਵੀ ਉਹਦੇ 'ਚ ਉਹ ਚੀਜ਼ ਲਿਖੀ ਹੋਵੇ, ਤਾਂ ਪਿੱਛੇ ਤੁਹਾਡੀ ਸਾਡੀ ਬਹਿਸ ਕਿਹੜੀ ਰਹਿ ਗਈ? ਮੀਆਂ ਸਾਹਿਬ ਇਹ ਮੈਂ ਤੁਹਾਡੀ ਗੱਲ ਇੱਕ ਸ਼ਰਤ ਤੇ ਕਬੂਲ ਕਰ ਸਕਦਾ, ਹਾਂ ਸਿਰਫ ਇੱਕ ਸ਼ਰਤ ਤੇ, ਹਾਲਾਂਕਿ ਮੈਨੂੰ ਪਤਾ ਇਹਦਾ ਫਾਇਦਾ ਕੋਈ ਨਹੀਂ ਹੋਣਾ, ਲੇਕਿਨ ਇੱਕ ਸ਼ਰਤ ਤੇ ਕਬੂਲ ਕਰ ਸਕਦੇ। ਜਿਹੜੀ ਇਬਾਰਤ ਤੁਹਾਨੂੰ ਦੇਵਾਂਗੇ ਉਹ ਤੁਹਾਡੇ ਸਾਥੀਆਂ ਨੇ ਕੱਢ ਕੇ ਵਿਖਾਣੀਆਂ ਕ੍ਰਿਸਚਨ ਦੇ ਲਿਟਰੇਚਰ ਚੋਂ, ਠੀਕ ਆ? ਇਸ ਤੋਂ ਇਲਾਵਾ ਕੋਈ ਤਕਰੀਰ, ਕੋਈ ਗੱਲ, ਕੋਈ ਵਜ਼ਾਹਤ, ਕੋਈ ਤਵੀਲ, ਸਿੱਧੇ ਆਉਣ ਵੀ ਇਹ ਇਬਾਰਤ ਪੁੱਛੀ ਸੀ, ਇਹ ਇੱਥੇ ਲਿਖੀ, ਬਸ। ਮੇਰੀ ਗੱਲ ਸੁਣੋ, ਇਹ ਅਗਰ ਕਰ ਸਕਦੇ ਹੋ ਤਾਂ ਠੀਕ ਆ, ਨਹੀਂ ਤਾਂ ਫਿਰ ਮੇਰੀ ਗੱਲ ਸੁਣੋ, ਇਹ ਗੱਲ ਨਹੀਂ ਤੁਸੀਂ ਕਰ ਸਕਦੇ। ਜ਼ਾਹਿਰ ਗੱਲ ਹੈ ਕਿ ਹਜ਼ਰਤ ਮਸੀਹ ਮੌਦ ਨੇ ਅਗਰ ਕੋਈ ਗੱਲ ਲਿਖੀ ਹੈ ਤੇ ਉਹਨਾਂ ਨੇ ਕਿਸੇ ਵੀ ਕਿਤਾਬ ਦੇ ਵਿੱਚੋਂ ਮਤਲਬ ਹਵਾਲਾ ਲੈ ਕੇ ਲਿਖੀ ਹੈ, ਤੇ ਜ਼ਾਹਿਰ ਗੱਲ ਹੈ ਅਗਰ ਉਹ ਗੱਲ ਜਿਸ ਕਿਤਾਬ ਵਿੱਚ ਵੀ ਹੋਈ ਉਹ ਕਿਤਾਬ ਪੇਸ਼ ਕੀਤੀ ਜਾਏਗੀ, ਕਿਉਂਕਿ ਉਹਦੀ ਮਾਂ ਤੇ ਉਹ ਕਿਤਾਬ ਹੈਗੀ ਨਾ ਉਸ ਗੱਲ ਦੀ। ਉਹ ਚਾਹੇ ਮੁਸਲਮਾਨਾਂ ਦੇ ਲਿਟਰੇਚਰ ਦੀ ਹੋਵੇ, ਕ੍ਰਿਸਚਨ ਦੀ ਹੋਵੇ, ਯਹੂਦੀਆਂ ਦੀ ਹੋਵੇ, ਉਹਦੇ 'ਚ ਕੀ ਮਕਸਦ ਹੈ ਕਿ ਕੋਈ ਹੈਗਾ ਕਿ ਗੱਲ ਦੇ ਕਿ ਉਸ ਗੱਲ ਦਾ ਪੱਖ ਕਰਨਾ ਹੈ? ਨਹੀਂ ਸਾਹਿਬ, ਜਦੋਂ ਹਜ਼ਰਤ ਈਸਾ ਅਲੈਹਿਸਲਾਮ ਦੀ ਗੱਲ ਆ, ਮੁਸਲਮਾਨਾਂ ਦੇ ਲਿਟਰੇਚਰ ਦੀ ਤਾਂ ਗੱਲ ਹੀ ਕੋਈ ਨਹੀਂ। ਜਦੋਂ ਗੱਲ ਮਿਰਜ਼ਾ ਸਾਹਿਬ ਨੇ ਹਜ਼ਰਤ ਈਸਾ ਅਲੈਹਿਸਲਾਮ ਦੀ ਤਰਫ ਮਨਸੂਬ ਕੀਤੀ ਤੇ ਤੁਸੀਂ ਕਹਿੰਦੇ ਹੋ ਇਹ ਉਹਨਾਂ ਨੂੰ ਇਲਜ਼ਾਮੀ ਜਵਾਬ ਦਿੱਤਾ, ਤੇ ਉਹ ਸਾਈਆਂ ਦੇ ਲਿਟਰੇਚਰ 'ਚ ਦਿਖਾਣਾ ਨਾ ਤੁਸੀਂ। ਨਹੀਂ, ਉਹ ਤੇ ਜਿੰਨਾ ਵੀ ਮਕਸਦ ਕਿ ਦੀਨੀ ਲਿਟਰੇਚਰ ਜਿੱਥੇ ਜਿੱਥੇ ਹਜ਼ਰਤ ਈਸਾ ਦੇ ਲਿਖਿਆ ਗੱਲ, ਤੇ ਉਹ ਸਾਈਆਂ ਦੇ ਲਿਟਰੇਚਰ 'ਚ ਵਿਖਾਇਆ ਜਾਏਗਾ ਤਾਂ ਫਿਰ ਇਲਜ਼ਾਮੀ ਜਵਾਬ। ਸਾਈ ਕੋ ਮੁਸਲਮਾਨਾਂ ਦੀ ਕਿਤਾਬਾਂ ਮੰਨਦੇ, ਉਹਨਾਂ ਨੇ ਕੋਈ ਮੈਂਸ਼ਨ ਜਿੱਥੇ ਜਿੱਥੇ ਜੋ ਮੈਂਸ਼ਨ ਕੀਤਾ ਹੋਏਗਾ, ਜਿੰਦਾ ਹਵਾਲਾ ਹੋਏਗਾ, ਉਸੇ ਕਿਤਾਬ ਦਾ ਹੀ ਜ਼ਿਕਰ ਕੀਤਾ ਜਾਏਗਾ ਨਾ। ਹੁਣ ਕਿਸੇ ਹੋਰ ਦੀ ਕਿਤਾਬ ਤੋਂ ਤਾਂ ਨਹੀਂ ਜਿਹੜੀ ਗੱਲ ਹਵਾਲੇ ਤੇ ਮਿਰਜ਼ਾ ਸਾਹਿਬ ਨੇ ਮੈਂਸ਼ਨ ਹੀ ਕੋਈ ਨਹੀਂ ਨਾ ਕੀਤੇ ਵੀ ਆ ਕਿਹੜੀ ਜਗ੍ਹਾ ਤੇ ਗੱਲ ਲਿਖੀ ਹੈ। ਕੋਈ ਕਿਧਰੇ ਕੋਈ ਗੱਲ ਦੱਸੀ ਉਹਨਾਂ ਨੇ ਕਿ ਫਲਾਣੀ ਜਗ੍ਹਾ ਤੇ ਲਿਖੀ, ਜ਼ਿਆਦਾਤਰ ਨਹੀਂ ਦੱਸੀ। ਸਾਰੀ ਗੱਲ ਹੈ ਕਿ ਉਹਨਾਂ ਦੇ ਮੰਨਣ ਵਾਲਿਆਂ ਨੇ ਤੇ ਕੋਈ ਤਹਿਕੀਕ ਕੀਤੀ ਹੈ ਨਾ ਉਹਨਾਂ ਗੱਲਾਂ ਤੇ, ਉਹਨਾਂ ਨੂੰ ਸਵਾਲ 130 ਸਾਲ ਤੋਂ ਹੁੰਦੇ ਨਹੀਂ ਪਏ, ਉਹਨਾਂ ਨੇ ਤਹਿਕੀਕ ਕੀਤੀ ਨਹੀਂ ਹੈਗੀ। ਜਿਸ ਜਗ੍ਹਾ ਤੇ ਉਹ ਕੋਈ ਗੱਲ ਹੋਏਗੀ ਤੇ ਉਹ ਹੀ ਹਵਾਲਾ ਦਿੱਤਾ ਜਾਏਗਾ ਨਾ, ਕੋਈ ਆਪਣੇ ਕੋਲੋਂ ਹਵਾਲਾ ਤੇ ਨਹੀਂ ਦੇਣਾ ਹੈਗਾ। ਉਹ ਚਾਹੇ ਮੁਸਲਮਾਨਾਂ ਦੀ ਕਿਤਾਬ ਵਿੱਚ ਹੋਵੇ, ਚਾਹੇ ਹਿੰਦੂਆਂ ਦੀ ਕਿਤਾਬ ਵਿੱਚ ਹੋਵੇ, ਚਾਹੇ ਨਹੀਂ। ਮੀਆਂ ਸਾਹਿਬ, ਹਿੰਦੂਆਂ ਦਾ ਤੇ ਮੁਸਲਮਾਨਾਂ ਦਾ ਸਾਈਆਂ ਦਾ ਕੀ ਤਲੱਕਾ? ਉਹ ਮੈਂ ਇੱਕ ਮਿਸਾਲ ਦੇ ਰਿਹਾ, ਨਹੀਂ ਮਿਸਾਲ ਹੀ ਗਲਤ ਆ ਨਾ, ਵੀ ਜਵਾਬ ਇਲਜ਼ਾਮੀ ਤਾਂ ਸਾਈਆਂ ਨੂੰ ਦੇ ਰਿਹਾ ਮਿਰਜ਼ਾ ਸਾਹਿਬ। ਇਹੀ ਗੱਲ ਹੈ ਨਾ। ਤੇ ਉਹ ਜਿਹੜੀ ਵੀ ਕਿਤਾਬ ਵਿੱਚ ਉਹ ਸਾਈ ਕਿਹੜਾ ਹਿੰਦੂਆਂ ਦੀ ਕਿਤਾਬ ਮੰਨਦੇ ਆ? ਫਰਜ਼ ਕਰੋ ਸਾਈਆਂ ਨੂੰ ਕਿਹਾ ਹੋਏ ਕਿ ਤੁਹਾਡੇ ਤੇ ਹਜ਼ਰਤ ਈਸਾ ਅਲੈਹਿਸਲਾਮ ਦੇ ਬਾਰੇ ਇਹ ਅਕੀਦਾ ਤੇ ਹਵਾਲਾ ਕੀਤਾ ਹੋਇਆ ਹਿੰਦੂਆਂ ਦੀ ਕਿਤਾਬ ਚੋਂ ਤੇ ਮੁਸਲਮਾਨਾਂ ਦੀ ਕਿਤਾਬ ਚੋਂ, ਉਹ ਕੀ ਮੰਨਣਗੇ ਵੀ ਇਹ ਸਾਡਾ ਹੈ? ਮੈਂ ਇਹੀ ਗੱਲ ਕਰਦਾ ਪਿਆ ਨਾ ਵੀ ਉਹ ਯਹੂਦੀਆਂ ਦੀ ਕਿਤਾਬ ਵਿੱਚ ਹੋਵੇ, ਈਸਾਈਆਂ ਦੀ ਵਿੱਚ ਹੋਵੇ, ਕਿਸੇ ਦੀ ਕਿਤਾਬ ਵਿੱਚ ਵੀ ਹੋਵੇ, ਉਹ ਗੱਲ ਨਿਕਲਣੀ ਚਾਹੀਦੀ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਉਹ ਕਿਸੇ ਕਿਤਾਬ ਵਿੱਚ ਗੱਲ ਹੀ ਨਹੀਂ ਤੇ ਹਜ਼ਰਤ ਮਸੀਹ ਮੌਦ ਨੇ ਆਪਣੇ ਕੋਲੋਂ ਲਿਖ ਦਿੱਤੀ। ਨਹੀਂ, ਤੁਸੀਂ ਜਿਹੜਾ ਵਿੱਚ ਪਾ ਰਹੇ ਹੋ ਨਾ ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ, ਇਹ ਤੇ ਮੈਂ ਮਿਸਾਲ ਦੇ ਰਿਹਾ ਨਾ। ਜਿਵੇਂ ਤੁਸੀਂ ਇੱਕ ਕਹਿਤਾ ਨਾ ਜੀ ਸਿਰਫ ਕ੍ਰਿਸਚਨਾਂ ਦੀ ਕਿਤਾਬ ਵਿੱਚ ਹੋਵੇ, ਵੀ ਕਿਉਂ ਕ੍ਰਿਸਚਨਾਂ ਦੀ ਕਿਤਾਬ ਵਿੱਚ ਹੋਵੇ? ਹਜ਼ਰਤ ਈਸਾ ਜੇ ਤੇ ਮਿਰਜ਼ਾ ਸਾਹਿਬ ਨੇ ਜਵਾਬ ਦਿੱਤਾ ਮੁਸਲਮਾਨਾਂ ਨੂੰ, ਹਾਂ, ਤੇ ਫਿਰ ਦੱਸੋ
ਮੁਸਲਮਾਨਾਂ ਨੂੰ ਕਿਹਾ ਮਿਰਜ਼ਾ ਸਾਹਿਬ ਨੇ ਕਿ ਹਜ਼ਰਤ ਈਸਾ ਅਲੈਹਿਸ ਸਲਾਮ ਦੇ ਬਾਰੇ ਤੁਹਾਡੇ ਆਇਆ ਕੀ ਦਲੀਲ? ਠੀਕ ਹੈ, ਬੜੀ ਸੋਹਣੀ ਗੱਲ ਕੀਤੀ ਹੈ। ਤੇ ਜੇ ਹਜ਼ਰਤ ਮਿਰਜ਼ਾ ਸਾਹਿਬ ਨੇ ਅਬਦੁੱਲਾ ਆਥਮ ਨੂੰ ਜਵਾਬ ਦਿੱਤਾ ਜਾਂ ਮਾਦੋਦੀਨ ਨੂੰ ਜਵਾਬ ਦਿੱਤਾ ਹੈ, ਤੇ ਮੁਸਲਮਾਨਾਂ ਦੀ ਏਡੀ ਕਿਹੜੀ ਬਾਹ ਮਰੋੜੀ ਗਈ ਕਿ ਉਹ ਉਹਨਾਂ ਦੇ ਵਕੀਲ ਬਣ ਕੇ ਆ ਗਏ ਨੇ? ਮੀਆਂ ਸਾਹਿਬ ਇਹ ਇੱਕ ਅਲੱਗ ਟੌਪਿਕ ਹੈ, ਇਹਦੇ ਨਹੀਂ ਫਿਰ ਇਹ ਹੁਣ ਜਿਹੜੀ ਤੁਸੀਂ ਗੱਲ ਕੀਤੀ ਅਸੀਂ ਤਾਂ ਵਕੀਲ ਕਿਸੇ ਦੇ ਨਹੀਂ। ਵੇਖੋ ਸਾਡੇ ਨਜ਼ਦੀਕ ਤੇ ਸਾਈ ਜਿਹੜੇ ਉਹ ਵੀ ਸੱਚੇ ਨਹੀਂ ਹੈਗੇ ਤੇ ਤੁਸੀਂ ਵੀ ਸੱਚੇ ਨਹੀਂ ਹੈ, ਤੇ ਸਾਡੇ ਨਜ਼ਦੀਕ ਤੁਸੀਂ ਸੱਚੇ ਨਹੀਂ ਹੈਗੇ। ਠੀਕ ਆ, ਤੁਹਾਡੇ ਨਜ਼ਦੀਕ ਅਸੀਂ ਨਹੀਂ ਸੱਚੇ ਹੈ ਤੇ ਅਸੀਂ ਤੇ ਉਹ ਚੀਜ਼ ਤੁਹਾਨੂੰ ਉਹ ਜੋ ਹਕੀਕਤ ਮਿਰਜ਼ਾ ਸਾਹਿਬ ਨਾਲ ਹੋਈ ਅਬਦੁੱਲਾ ਆਥਮ ਦੇ ਬਾਰੇ ਉਹ ਤੇ ਅਸੀਂ ਦੱਸਣੀ ਤੁਹਾਨੂੰ। ਉਹੀ ਅੱਜ ਹੋਈ ਹੈ ਨਾ ਉੱਥੇ ਅਬਾਬੀਲ ਨਾਲ, ਤੇ ਉਹੀ ਰੌਲਾ ਪਿਆ ਨਾ। ਨਹੀਂ, ਉਹ ਕਿੱਥੇ ਕਿਸੇ ਮੁਸਲਮਾਨ ਨੇ ਹਜ਼ਰਤ ਈਸਾ ਅਲੈਹਿਸ ਸਲਾਮ ਨੂੰ ਕੁਝ ਕਿਹਾ ਉੱਥੇ? ਤੇ ਉਹ ਤੁਹਾਨੂੰ ਮੈਂ ਕੀ ਦੱਸਦਾ ਪਿਆ ਕਿ ਉਹਨੇ ਜਾ ਕੇ ਆਪਣਾ ਮਤੀ ਦੀ ਅੰਜੀਲ ਕਿਉਂ ਕੱਢੀ ਹੈ। ਹਾਂ, ਤੇ ਜੀ ਉਹ ਮਤੀ ਦੀ ਅੰਜੀਲ ਚ ਨਹੀਂ ਹੈ ਤੇ ਮੈਂ ਜਿਹੜੇ ਬੰਦੇ ਨੇ ਇਹ ਗੱਲ ਕੀਤੀ ਮੈਂ ਖੁਦ ਉਹਦਾ ਗਿਰਬਾਨ ਪਕੜਾਂਗਾ। ਨਹੀਂ, ਉਹਨੇ ਨਸਬਨਾਮਾ ਹੈ ਨਹੀਂ, ਤੂੰ ਕਿਉਂ ਕੀਤੀ? ਇੱਕ ਮਿੰਟ ਗੱਲ ਹਾਲੇ ਚੱਲੀ ਨਹੀਂ ਹੈਗੀ, ਤੇ ਉਹਨੇ ਮਕਸਦ ਨਸਬਨਾਮਾ ਕਿਉਂ ਕੱਢਿਆ ਹਜ਼ਰਤ ਈਸਾ? ਭਾਈ ਅਗਰ ਉਹ ਨਹੀਂ ਹੈ ਉਹਦੇ ਵਿੱਚ ਅੰਜੀਲ ਦੇ ਵਿੱਚ, ਉਹਨੇ ਆਪਣੇ ਤਰਫੋਂ ਕੀਤੀ ਗੱਲ। ਨਹੀਂ, ਮੈਂ ਕਹਿੰਦਾ ਉਹਨੇ ਕੱਢਿਆ ਹੀ ਕਿਉਂ ਹੈ? ਉਹ ਜੋ ਕਿਉਂਕਿ ਇਲਜ਼ਾਮੀ ਜਵਾਬ ਤੇ ਦੇਣਾ ਦਰੁਸਤ ਆ, ਉਹ ਤਾਂ ਮੈਂ ਤੁਹਾਨੂੰ ਕਹਿ ਰਿਹਾ। ਮਿਰਜ਼ਾ ਸਾਹਿਬ ਨੇ ਜਿਹੜਾ ਇਲਜ਼ਾਮੀ ਜਵਾਬ ਦਿੱਤਾ ਵਾ ਉਹਦਾ ਸਬੂਤ ਮਿਲ ਜਾਏ। ਜਿਸ ਤਰੀਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਉਹਨੇ ਨਸਬਨਾਮਾ ਕੱਢਿਆ ਉਹ ਅਗਰ ਅੰਜੀਲ ਚ ਨਾ ਹੋਵੇ ਤੇ ਮੈਂ ਖੁਦ ਉਹਦਾ ਗਿਰਬਾਨ ਜਾ ਕੇ ਪਕੜਾਂਗਾ ਵੀ ਤੂੰ ਇਹ ਗਲਤ ਗੱਲ ਕਿਉਂ ਕੀਤੀ। ਮੈਂ ਤੇ ਕਹਿੰਦਾ ਜਿਸ ਤਰ੍ਹਾਂ ਇੱਥੇ ਆ ਕੇ ਗੱਲ ਕਰਦੇ ਨੇ ਲੋਕੀ ਸਾਡੀਆਂ ਲਾਈਵਾਂ ਤੇ, ਮੈਂ ਕਹਿੰਦਾ ਕੱਢਿਆ ਹੀ ਕਿਉਂ ਹੈ? ਸਾਨੂੰ ਵੀ ਇਹ ਕਿਹਾ ਜਾਂਦਾ ਮਿਰਜ਼ਾ ਸਾਹਿਬ ਨੇ ਜਵਾਬ ਦਿੱਤੇ ਹੀ ਕਿਉਂ ਨੇ? ਉਹ ਭਾਈ ਕਿਦੋਂ ਤੁਹਾਨੂੰ ਕਿਹਾ ਜਾਂਦਾ ਮੀਆਂ ਸਾਹਿਬ ਇਹ ਤਾਂ ਗਲਤ ਫਹਿਮੀ। ਮੈਂ ਤਾਂ ਹੁਣ ਵੀ ਤੁਹਾਨੂੰ ਇਹ ਕਹਿ ਰਿਹਾ ਕਿ ਇਲਜ਼ਾਮੀ ਜਵਾਬ ਸਾਬਤ ਹੋ ਜਾਏ। ਜ਼ਿਆਦ ਸਾਹਿਬ ਅਗਰ ਇਹ ਤੇ ਤੁਸੀਂ ਕਹਿ ਰਹੇ, ਮੈਂ ਤਾਂ ਕਿਹਾ ਕਿ ਤੁਸੀਂ ਮੰਨੇਗੇ। ਮੀਆਂ ਸਾਹਿਬ ਕੋਈ ਇੱਕ ਬੰਦਾ ਲਿਆ ਦਿਓ ਕਿ ਮਿਰਜ਼ਾ ਸਾਹਿਬ ਨੇ ਇਲਜ਼ਾਮੀ ਜਵਾਬ ਦਿੱਤਾ ਹੋਏ, ਉਹਦਾ ਸਬੂਤ ਵੀ ਹੋਏ, ਤੇ ਕੋਈ ਇੱਕ ਬੰਦਾ ਮੈਨੂੰ ਦੱਸ ਦਿਓ ਕਿ ਜਿਹੜਾ ਕਹਿੰਦਾ ਮਿਰਜ਼ਾ ਸਾਹਿਬ ਨੇ ਗਲਤ ਕੀਤਾ। ਭਈਆ ਤਾਂ ਮੁਸਲਮਾਨ ਖੁਦ ਕਰਦੇ ਆ ਤੇ ਤਰੀਕਾ ਖੁਦ, ਇਹ ਤਾਂ ਅੱਲਾਹ ਤਾਲਾ ਨੇ ਖੁਦ ਕੁਰਾਨ ਪਾਕ ਦੇ ਵਿੱਚ ਇਹਦਾ ਤਾਂ ਸਬੂਤ ਕੁਰਾਨ ਪਾਕ ਚ ਮਿਲਦਾ ਕਿ ਅੱਲਾਹ ਤਾਲਾ ਨੇ ਇਲਜ਼ਾਮੀ ਤੌਰ ਤੇ ਜਿਸ ਤਰ੍ਹਾਂ ਅਸੀਂ ਮੁਨਾਫਿਕ ਜਵਾਬ ਦਿੰਦੇ ਆ, ਅੱਲਾਹ ਤਾਲਾ ਨੇ ਸਾਈਆਂ ਨੂੰ ਦੱਸਿਆ ਕਿ ਤੁਹਾਡੇ ਇਹ ਕਾਇਦ ਨੇ। ਹਾਂ, ਤੇ ਇਹੀ ਗੱਲ ਤੇ ਸਾਡੇ ਵਾਸਤੇ ਉਹ ਮਕਸਦ ਜੁਰਮ ਬਣੀ ਹੋਈ ਹੈ। ਭਾਈ ਜੁਰਮ ਮੀਆਂ ਸਾਹਿਬ ਨਹੀਂ ਸਮਝ ਰਿਹਾ ਤੁਸੀਂ। ਜੁਰਮ ਇੱਥੋਂ ਆ ਕੇ ਬਣਦਾ ਕਿ ਜਿਹੜੀਆਂ ਗੱਲਾਂ ਹੈ ਹੀ ਨਹੀਂ ਉਹਨਾਂ ਦੇ ਲਿਟਰੇਚਰ 'ਚ ਉਹ ਆਪਣੇ ਤਰਫੋਂ ਘੜ ਕੇ ਲਿਖੀਆਂ ਜਾਣ। ਅਗਰ ਇਹ ਵੀ ਗੱਲ ਹੈਗੀ ਹੈ ਤੇ ਇਹ ਵੀ ਸਾਡੇ ਨਾਲ ਮਸੀਹ ਆ ਕੇ ਕਰਨਾ। ਚਲੋ ਈਸਾ ਅਲੈਹਿਸ ਸਲਾਮ ਨੂੰ ਮੁਸਲਮਾਨ ਨਹੀਂ ਮੰਨਦੇ। ਚੋਰ ਨਾਲ ਪਾਂਡੇ ਕਾਲੀ ਮਸੀਹ ਸਾਡੇ ਨਾਲ ਗੱਲ ਨਹੀਂ ਕਰਦੇ ਤੇ ਮੁਸਲਮਾਨ ਜਿਹੜੇ ਨੇ ਚਾਹੇ ਮਸੀਹੀ ਤੇ ਉਹਨਾਂ ਤੇ ਨਾ ਉਹਨਾਂ ਨੂੰ ਆਪਣੇ ਪੈਗੰਬਰਾਂ ਦੀ ਇੱਜ਼ਤ ਦਾ ਹੋਏਗਾ ਖਿਆਲ। ਸਾਨੂੰ ਤਾਂ ਸਾਰੇ ਪੈਗੰਬਰਾਂ ਦੀ ਇੱਜ਼ਤ ਦਾ ਖਿਆਲ, ਸਾਰੇ ਪੈਗੰਬਰ ਮੁਸਲਮਾਨਾਂ ਦੇ ਨੇ। ਤੁਹਾਡਾ ਕੀ ਖਿਆਲ ਆ ਕਿ ਮਤਲਬ ਕਿ ਕੋਈ ਕਿਸੇ ਵੀ ਪੈਗੰਬਰ ਦੀ ਗੁਸਤਾਖੀ ਕਰੇਗਾ ਤੇ ਉਹ ਅਸੀਂ ਚੁੱਪ ਕਰਕੇ ਬਹਿ ਜਾਈਏ? चलो एक मिनट जरा शाह साहब आए ने। शाह साहब वेलकम, अस्सलाम वालेकुम। जी जनाब मियां साहब ज़ियाद साहब दुआएं आपकी अल्हम्दुलिल्लाह। जी बिल्कुल ज़ियाद साहब जो आप बात कर रहे हैं, मैं असल में आपका कोई मुखालिफ भी हो दुश्मन भी हो, लेकिन उतनी बात करें जितनी उसने कही हो। मैं अपने मुसलमान हजरात से भी यही गुजारिश करी हूँ, अगर हमारा कोई मुखालिफ भी है तो जो बात उसने ना कही हो, इवन मिर्ज़ा साहब ही हो, अगर उन्होंने वो बात नहीं लिखी या नहीं कही तो हमें वो बात नहीं करनी चाहिए। हमें उतनी ही बात करनी चाहिए जितनी बात उन्होंने कही हो। तो इख्तलाफ तो यही है ना जो ज़ियाद साहब कह रहे हैं कि हज़रत सैयदना ईसा अलैहिस्सलाम वो भी हमारे लिए काबिल एहतराम काबिल इज़्ज़त हैं, और जो उनके बारे में बात ना हो किसी लिटरेचर में और झूठ से मंसूब करना, ये भी मेरिट के खिलाफ है। बिल्कुल, लेकिन ये मेरी राय ये है। नहीं ठीक है, आपकी अच्छी राय है, और ऐसा कोई भी नहीं करेगा। उनको पता है कि ये हमारा लिटरेचर जो है ये ज़ब्त तहरीर हो जाना है, और इसने जब तक क़यामत नहीं आनी उस वक्त तक चलना है। तो कोई बंदा जो अपने आप को खुदा मिन जानब मिन अल्लाह भी कह रहा हो तो वो तो ऐसी गलती नहीं करेगा। जी बिल्कुल ऐसे ही है सब इंसानी जो कदरें हैं ना। मैं मिसाल दिया करता हूँ कि जब वहाँ पे हुकूमत अंग्रेज़ों की थी बर्र सग़ीर में, तो एक मुसलमानों के दरमियान और हिंदुओं के दरमियान एक झगड़ा हो गया ज़मीन का। ये ज़मीन मुसलमानों की है या हिंदुओं की है। मुसलमान कहते थे ये मस्जिद बनानी है हमारी है, और उसमें कुछ हिंदू थे। तो उन्होंने कहा, तो कुछ सारे मुसलमानों के लिए नहीं था, चंद एक अफराद थे जो आगे लगे हुए थे लीड। तो वहाँ एक मौलाना साहब थे सूफ़ी मनश और बड़े नेक सीरत, और इमाम साहब माजी में रिटायर बुजुर्ग थे। तो मुसलमानों ने कहा कि ये जो फैसला करें कल कोर्ट में अदालत में, जज अंग्रेज़ था। तो हिंदुओं ने कहा भी ठीक हमें भी मंजूर है, और इमाम साहब ने कहा, मुसलमानों ने कहा भी, और उनके ज़हन में ये था जो 3-4 आगे थे
یہ جو امام صاحب ہے نا یہ تو مسلمان ہے، ہمارے حق میں ہی جو ہے بات کریں گے۔ تو اب دوسرے دن جب عدالت میں گئے تو امام صاحب نے کہا جی میں جانتا ہوں یہ زمین مسلمانوں کی نہیں ہے، یہ ہندوؤں کی ہے۔ تو یہ 4-5 مسلمان ہیں جنہوں نے اس پر جو ہے نا قبضہ کر رکھا ہے، یہ میں جانتا ہوں کہ یہ ہندوؤں کی جگہ ہے۔ تو جج نے فیصلہ ہندوؤں کے حق میں دے دیا، اور ساتھ ایک بات کہی کہ مسلمان ہار گئے لیکن اسلام جیت گیا۔ ہاں جی، تو اس لیے کوئی اگر غیر بھی ہو تو اگر اس کی کوئی درست بات ہو تو اس کی تائید کرنے میں اپنا بھی اور غلط بات کرنا ہو تو اس کو کہنا کہ تو غلط کر رہا ہے، تو اس میں تو کسی کی سپورٹ نہیں ہے، اس نے اصول کی بات کی۔ جی جی شاہ صاحب، کاش کہ یہ آپ والا جذبہ ہمارے تمام مسلمان بھائیوں میں آ جائے تو یہ دنیا جنت اور امن کا گہوارہ نہ بن جائے کہ تو آپ زیاد صاحب یہی بات کر رہے ہیں نا، آپ شکوہ کر رہے تھے کہ آپ نے عیسائیوں کا، تو زیاد صاحب بھی نہیں شاہ صاحب، آپ کیوں ایسا مقصد نقطہ بیچ میں یار، اس طرح کے بہت لوگ ہیں شاہ صاحب، آپ پہ مجھے امید نہیں ہے۔ ضیاء صاحب کے ساتھ میری فرینڈلی گفتگو چل رہی تھی، وہ ایسے فرینڈلی چل رہی ہے، ٹھیک ہے، تو فرینڈلی میں بھی تو صحیح کر رہے ہوں گے نا آپ لوگ۔ آرگو در آرگو جو ہوتا ہے نا اس میں ایسے ہوتا ہے، تو میں نے ان سے دیکھے جو فرینڈلی گفتگو ہو وہ بھی میرٹ پر ہی ہوتی ہے نا۔ ہاں تو میرٹ پہ تو پھر یہ شاہ صاحب پھر یہاں پہ ہے نا، وہ آپ ججمنٹ والا جو ہے نا بڑی معذرت کے ساتھ آپ پھر وہ مجھے اس میں نا میرے ساتھ زیادتی کر گئے ہیں، اور میں جو ہاں اچھا بتائیں جی ضیاء صاحب، آپ بھی ذرا میں نے جو بھی جب وہ آرگو کر رہے ہیں تو میں نے یہی کہا ہے نا کہ پھر اگر کسی نے اعتراض اٹھانے ہیں، یہ حق پہنچتا ہے تو وہ پھر مسیحوں کو پہنچتا ہے کہ ہمارے ساتھ آ کے اعتراض کرے، آپ کا تو یہ حق نہیں بنتا۔ نہیں ہمیں بھی حق ہے، کیوں نہیں حق؟ میں اس نہیں میں بھی دلیل دیتا ہوں نا، میں بھی دلیل دیتا ہوں۔ دیکھیں اب جس مقام پہ ہم بیٹھے ہیں نا شاہ صاحب، اس وقت یہ جتنے میرے بھائی بیٹھے ہیں نا، یہ سب بٹ صاحب السلام علیکم، ذرا میوٹ کرنا تھوڑا دیر۔ وعلیکم السلام۔ جی جی ضرور، میں نے ایک چھوٹی سی بات کرنی ہے، بعد میں موقع دیجیے گا۔ جی ضرور۔ اس وقت جو ہے نا وہ اب آپ شاہ صاحب آپ بھی یو کے میں ہیں، چلے ڈاکٹر صاحب اپنے ملک میں ہیں، پاکستان میں ہوں گے، باقی سب جو ہیں یہ کسی نہ کسی ایسی جگہ پہ ہیں جہاں بالکل ہر کوئی آزاد ہے اور اپنے آپ کو جو وہ ہے وہ کہہ سکتا ہے، اس کو کوئی دوسرا اس کو کوئی اور چیز سے مخاطب نہیں کر سکتا۔ اب میں جرمنی میں ہوں، یہاں مجھے مسلمان ہی ہر کسی کو مقصد اس پہ فرض ہے کہ میں نے اپنے آپ کو مسلمان کہا تو وہ مجھے مسلمان ہی کہے، کسی دوسرے کی یہ رائٹ نہیں ہے کہ وہ مجھے کوئی اور چیز کہے۔ تو اس وقت میں الحمدللہ پاکستان کے قانون کے مطابق جو بھی ہے، لیکن اس وقت میرے پہ جو قانون ہے وہ جرمنی کا قانون ہے، اور جرمن قانون کے مطابق میری کوئی ڈس رسپیکٹ نہیں کر سکتا کوئی اس طرح کی بات کر کے، وہ مجھے مسلمان ہی کنسیڈر کرے گا اور ڈکلیئر کرے گا اگر اس نے میرے ساتھ کوئی بات کرنی ہے۔ تو میں ایز اے مسلمان یہ آپ کی خدمت میں گزارش کر رہا ہوں کہ اگر مسیحوں نے اس وقت کے مسیحوں نے نبی پاک صلی اللہ علیہ وسلم اور اسلام پہ کوئی حملہ کیا تو اس کا الزامی جواب جو بھی مرزا صاحب نے دیا وہ بالکل صحیح دیا ہے، اور اس جی مکمل کر لے پھر میں عرض کرتا ہوں، اور اس پہ تمام مسلمانوں کو ان کو اپریشیٹ کرنا چاہیے۔ اگر کسی نے اعتراض کرنا ہے تو وہ مسیح کرے۔ جی میں عرض کرتا ہوں، یہ جو بات آپ نے کہی نا، آپ جرمنی میں رہیں، اٹلی میں رہیں، برطانیہ میں رہیں، میں کسی کے بارے میں کوئی سمجھتا، مثلا میں قادیانی کو مسلمان نہیں سمجھتا، یہ میرا بھی حق ہے کہ میں کس کو مسلمان مجھے کوئی مسلمان سمجھتا ہے نہیں سمجھتا، یہ اس کا حق ہے، اس پر کوئی پابندی نہیں۔ یورپ میں بھی میاں صاحب ہم مسلمان جو ہیں اگر قادیانیوں کو مسلمان نہ سمجھے تو برطانوی قانون اس پر کوئی اثر انداز نہیں ہو سکتا، یہ میرا حق ہے، میری اپنی فکر ہے، میری اپنے اصول اور آپ لوگ ہمیں مسلمان دیکھیں، آپ لوگ ہمیں مسلمان نہ سمجھے، برطانوی جرمنی قانون کوئی اس پر لینا دینا ہی کوئی نہیں ہے۔ مثلا عیسائیوں کے اندر میں بتاتا ہوں، ایک جو ہے نا مورمنز ہیں، امریکہ میں بہت ہیں عیسائی، چرچ آف انگلینڈ ان کو عیسائی نہیں سمجھتا، ادھر برطانیہ میں بھی ہے مورمنز، دیکھ لیں آپ، مورمنز جو ہیں وہ اپنے آپ کو کہتے ہیں ہم عیسائی ہیں، اور جو عیسائی چرچ آف انگلینڈ ہے وہ کہتے ہیں یہ عیسائی نہیں ہے، کیونکہ ان کے عقائد مختلف ہیں۔
اس لیے میرا جو بلیف ہے، مجھے آزادی ہے، فریڈم آف اسپیچ، میں کیا سمجھتا ہوں، یہ میرا بلیف ہے، میں قرآن و حدیث کی روشنی میں مسلمان کی جو ڈیفینیشن کرتا ہوں اس کے اوپر کوئی پورا نہیں اترتا تو میں اسے کہہ سکتا ہوں کہ یہ میرے نزدیک مسلمان نہیں ہے۔ ایک ہے ڈس رسپیکٹ کرنا، ہیٹ کرنا، وہ اور چیز ہے، کسی کے خلاف نفرت پھیلانا، لیکن میرا ایک بلیف ہے، اس کے مطابق میں اپنا ایک جو ہے وہ ضابطہ، ایک عقیدہ رکھتا ہوں، اس عقیدے کے اوپر میرے اوپر کوئی جبر نہیں کر سکتا۔ تو بقیہ رہ گیا ضیاء صاحب کی، مجھے چلو میں معذرت چاہتا ہوں ضیاء صاحب اور آپ کی کیا گفتگو چل رہی، شاید میں نے ادھوری سنی ہو، تو آپ دونوں گفتگو جاری رکھیں، ٹھیک ہے نا؟ مجھے معلومات پہلے مکمل لینی چاہیے تھی اور پھر آپ سے بات کرنی چاہیے۔ میں چھوٹی سی عرض کر دوں، جو آپ نے فرمایا نا کہ میرا فریڈم آف سپیچ ہے، تو وہ بالکل فریڈم آف سپیچ آپ کا اتنا ہی ہے جہاں سے اگلے کی ناک جو ہے نا وہ نہ شروع ہو۔ آپ اپنے دل میں، اپنے پرائیویسی میں جو مرضی کسی کے متعلق عقیدہ رکھ سکتے ہیں، لیکن پبلک پلیس پہ آپ اس کی اس طرح کر کے ڈس رسپیکٹ یا اسے نہیں کہہ سکتے۔ تو پبلک پلیس پہ آپ جہاں جو بھی ہے اس کو اسی طرح ہی لیں گے جس طرح اس نے ڈکلیئر کیا ہے۔ اپنے دل میں، اپنے گھر میں آپ جو مرضی کسی کے متعلق رکھیں، میں اپنے دل میں آپ کے متعلق یا کسی ایکس وائی زیڈ کے متعلق جو مرضی رکھوں، لیکن پبلک پلیس پہ یا کسی بھی جگہ پہ میں اس کو اس طرح اناؤنس نہیں کر سکتا، وہ ہیٹ سپیچ میں آ جاتا ہے۔ جی میں عرض کرتا ہوں میاں صاحب، وہ ہے بائی نیم کرنا کہ میاں صاحب فیورٹ 49 کو، لیکن یورپ میں بھی میں ایک بتاتا ہوں کہ میرے نزدیک یہ اصول، یہ قاعدہ اسلام کی، یہ قرآن و حدیث کی روشنی میں یا ہر کوئی کر رہا ہے، اس میں کوئی مسئلہ نہیں۔ جیسے میں نے کہا کہ چرچ آف انگلینڈ جو ہے وہ مورمنٹ کو مسلمان نہیں سمجھتا، تو برطانوی جو قوانین ہے، جرمن قوانین ہے، اس کی یہ اس کا اس سے لینا دینا ہی کوئی نہیں ہے۔ کوئی کسی کو کیا، ہاں بائی نیم کسی کو ٹارگٹ کرنا وہ اور بات ہے، لیکن جرنلائز کر کے کہ اسلام کا یہ اصول، ضابطہ یا عقیدہ ختم نبوت کیا ہے، اس کو برطانیہ میں، یورپ میں، اٹلی میں، امریکہ بیان کرنے میں کوئی رکاوٹ نہیں ہے، تو ہم کرتے ہیں، ٹھیک ہے نا جی۔ اسی طرح آپ اجرائے نبوت کو بیان کرتے ہیں، آپ کہتے ہیں کہ اجرائے نبوت کرتے ہیں، آپ مسلمانوں کو بھی آپ ایک انداز میں مسلمان نہیں سمجھتے، آپ لوگ، آپ پر کون سا جبر ہوا پڑا ہے؟ اس لیے قوانین کا اس سے لینا دینا کوئی نہیں۔ جڑا میرا ہاں ہیٹ سپیچ اور ابیوزو لینگویج، میں ہیٹ سپیچ کے بھی خلاف ہوں، ابیوزو لینگویج کے خلاف ہوں، لیکن میں کیا سمجھتا ہوں، میرے اندر کیا سوچ ہے، میں قرآن مجید سے اور حدیث مقدسہ سے کیا عقیدہ رکھتا ہوں، اس کی روشنی میں کون مسلمان ہے کون مسلمان نہیں ہے، مجھے پورا حق حاصل ہے، اور یورپ کا قانون بھی اس کی اجازت دیتا ہے۔ جی میاں سے میری بات مکمل ہی، آپ ضیاء صاحب سے بات جاری۔ جی میں بٹ صاحب تھوڑا سا کوئی گفتگو کرنا چاہتا جی بٹ صاحب ویلکم، السلام علیکم۔ ناصر بٹ صاحب آپ اپنا مائک تو اوپن کریں۔ ہاں جی سوری، میں وعلیکم السلام کہہ بھی دیا تو مجھے اب آپ نے کہا مائک اوپن کریں تو پتہ چلا کہ بغیر مائک اوپن کیے کر رہا ہوں وعلیکم السلام۔ خرابیاں تبھی پیدا ہوتی ہیں قوم میں جب بندے میں کے قول و فعل میں تضاد ہو۔ مثالیں دینے کے لیے مثالیں ضرور دیں لیکن اپنا عمل اس پہ نہ ہو۔ مثال کے طور پہ بھی وہ جج کی بڑی اچھی مثال دی گئی ہے، لیکن جب بندے کو عمل کا ٹائم ہو تو اس کا بالکل اپوزٹ عمل ہوگا نا تو خرابیاں پیدا ہوں گی۔ کیا آپ مثالیں تو دیتے ہیں لیکن آپ کا اپنا عمل نہ ہو۔ اس کی کافی مثالیں ہیں، یہاں دی بھی جا سکتی ہیں۔ جی اور جہاں تک دوسری بات ہوئی، اگر کہیں گے تو میں دے دوں گا ورنہ میں چھوڑ دیتا ہوں، آپ سمجھدار بندے ہیں، اشارے ہی کافی ہے آپ کے لیے کہ میں کیا کہنا چاہ رہا ہوں، میرا مطلب ہے کیا کہنے کا۔ کہ اگر کہا جائے، میں کہوں کہ یار فلاں بندہ گالیاں دیتا ہے، فلاں بندہ گالیاں آپ کا دیتا ہے، لیکن جب آپ کو کہا جائے کہ جی آپ کا فلاں بندہ، تو کہیں نہیں میرا یہ موبائل، یار میں ادھر تھا، موبائل دور پڑا ہوا تھا، اس وقت ساری سائڈ پہ چلی جائے تو ادھر ادھر کی بندہ باتیں کر لیں گے۔ یہ چیزیں جب ہونا شروع ہو جائے اس وقت کہنا چاہیے ہاں جی میں نے سنا ہے، اچھی عادت نہیں ہے، بری بات کی ہے اس نے۔ اس کے علاوہ بھی اور دو چار مثالیں ہیں کہ مسلمان جو ہے کہ وہ کون ہے کس کے قرآن حدیث کے مطابق، کوئی شخص ہے ان سے کافی عرصے سے اسی چیز کی بحث چل رہی ہے، پوچھ رہا ہوں وہ جواب نہیں دے رہے۔ بہرحال اور کیا حال ہے میاں صاحب، آپ کا طبیعت ٹھیک ہے؟ ٹھیک ٹھاک، ٹھیک ہے جی ضیاء صاحب، آپ کا جو بھی وہ معاملات ہے نا کوئی اس طرح کا، تو لیکن جی اچھا میاں صاحب سوری،
گزارش یہ ہے کہ میرا کوئی ریکارڈ دکھا دے کہاں کہیں میں نے فوش گوئی کی اور لچر پن کیا. یہ کچھ آپ لوگ ہیں ان کی عمریں بھی بہت زیادہ ہے اور ہر وقت فوش گوئی اور لچر پن کیسے کوئی بازاری زبان نہیں ہوتی ایسے لگے ہوتے ہیں. لیکن میں چیلنج کرتا ہوں کبھی میرے حوالے سے کوئی آپ دکھا دے, آپ نہ بھی ہوں اپنے مسلمانوں کی براڈ پر میں نے کوئی فوش گوئی کی ہو کوئی. تو کچھ لوگ ہوتے ہیں اپنے آپ کو ویسے بڑے سمجھتے ہیں لیکن ان کے یہاں فوش گوئی یاوا گوئی اس طرح کی آپ خود سنیں گے اور اس کے بعد خود فیصلہ کر لیجیے گا. بس میری بات مکمل ہو جائے. میاں صاحب ٹھیک میں ہو کا نام لیا ہے. نہیں نام میں نے بھی آپ تو کسی کا نام نہیں لیا. میاں صاحب میں نے کسی کا چلے نام لیا ہے؟ وہ سانس پھول گیا تھوڑا سا, میں اس لیے میں میں ادھر کام کر رہا ہوں کام کر رہا ہوں. میاں صاحب میں نے بھی کسی کا بیچ نام میں لیا نہ ہے. بولا کرے نا, میں بولا نہیں ہوں. آپ کی میاں صاحب یہی میں نے کسی عادت کا ہے, نام آپ کی یہی میاں صاحب عادت میں ہے نے کہ کسی کا جب نام دوسرا نہیں بات کر رہا ہو. ایک منٹ نہیں شاہ صاحب آپ نے بھی نہیں لیا, چلے آگے بس چلتے ہیں. اتنی بات ہے. چلیں اچھا اب بولیں آپ لوگ. اب میاں صاحب اگر بات ایسی چلی ہے تو لوگ جب حضرت صلی اللہ علیہ وسلم نے فرمایا ہے, شاید وہ عالم کا کہا ہے, میں اس وقت بھول گیا ہوں, کہ جب اس سے کسی چیز کا پوچھا جائے تو وہ جواب نہ دے تو قیامت والے دن اسے آگ کی لگام پہنائی جائے گی. تو کئی صحیح چیزیں ہوتی ہیں وہ جناب وہ لوگ کرتے ہیں. باقی رہی لچر گفتگو, بازاری گفتگو, میاں صاحب پرانے جانتے ہیں مجھے, میں ہمیشہ جو ہے نا اس طرح کی بات اگر کسی نے میری طرف اشارہ بھی کیا ہے تو میں ہمیشہ اس طرح کی گفتگو بازاری بندوں سے اور لچر بندوں سے کرتا ہوں. یقین کریں کہ جب کوئی شریف ہو نا تو میری کوشش ہوتی ہے کہ میں بڑے اچھے طریقے سے اور بڑے شریفانہ طریقے سے اس سے گفتگو کروں. کوئی ایسا الفاظ نہ میرے منہ سے نکلے کہ اسے تکلیف پہنچے. یہاں کوئی بھی بات ہو, یہاں کسی نے مجھ پہ الزام یہ لگایا تھا کہ یہ گالیاں دیتا ہے, اگر ان سے یہ کہیں کہ گالی کا ریکارڈنگ دو تو ان کے پاس نہیں ہوگی. ایک اگر مجھے اجازت دیں تو میں ایک شخص کسی کا نام لے سکتا ہوں. رہنے دیں نام. نہیں ادھر نہیں ہے, گروپ میں اچھا نہیں ہے. چلیں ٹھیک. پیر اسکانی صاحب نے یہ الزام لگا دیا اور بعد میں مکر جو گئے. بندہ یہاں پہ ہے اس کے بارے میں تو بات کر سکتے ہیں, جو نہیں ہے اس کے بارے میں نہیں کر سکتے. چلے جی, میں گالی نہیں دینے لگا, میں بات کرنے لگا ہوں. ایک تو وکیل چلے کا ہاں ضیاء صاحب اگر بات ہوئے نہیں بغیر میاں کسی صاحب دیکھیں, آپ خود کہتے ہوتے ہم کوئی بات کریں, آپ ہمیں منع کرتے کہ بندہ یہاں چلے جی, میں پہ نام نہیں لیتا, چھوڑ دیں جی. نام لے دیا. اب آپ نے لینے کے اچھا جی, نام نہیں لیتا. انہوں نے کہا جناب پتہ نہیں لوگ پی کے آ بس جاتے ہیں, رہنے دیں, نشہ بات کر نہ کے, کریں. اور چل یار چپ کر جانا, تینوں پتہ نہیں چلو دینا چھوڑے جی کرچا چھوڑے. گرم بہت بننے کی ضرورت ہوتی ہے. میاں صاحب میرے خیال نہیں میں نہیں جو بندہ میاں صاحب جو اچھا بندہ جی, آپ موجود شاہ نہیں ہے صاحب پیر میری بات اسکانی کرنے صاحب دیں, جو آپ بعد موجود میں نہیں ہے وکالت کرنے کے لیے. ان کی ایک بات منٹ نہ ہی کی جائے. ان کا جو شاہ ان کو صاحب. بلا لیا پیر اسکانی صاحب کی ادھر بلا لیں اور ان کے متعلق بات. اچھا, انہوں نے کہا تھا کہ جناب نشہ کر کے لوگ آ جاتے ہیں. میں خدا کو حاضر ناظر جان کے کہتا ہوں, میں نے شراب پینا تو بڑی دور کی بات, ہاتھ لگ جائے نا, کہیں سے یورپ میں رہتا ہوں تو میں کلمہ پڑھ کے اپنا ہاتھ 3 دفعہ دھوتا ہوں. پینا تو بہت دور کی بات ہے. بات تو ہی جب ختم میں نے ہو کہا گئی. جی بات نہیں, ہی میں نے ختم کہا ہو کہ گئی. الزام لگانا ایسے گالیاں دیتے ہیں, جب پوچھے ثبوت ہوتا نہیں ہے, لیکن عالم سمجھتے ہیں اپنے آپ کو, لیکن الزام 1 منٹ میں لگاتے ہیں. چلیں جی, میری بات مکمل. چلے چھوڑیں ان باتوں کو, ہم ادھر وہ ایک علمی گفتگو کر رہے تھے. اچھا میاں صاحب, میں چلے آپ جا رہے کہ میں اجازت, بس یہ ہے مجھے جی کوئی جزاک بازاری اللہ. زبان میاں صاحب میرے شاہ صاحب بارے کوئی شاہ غلط سن لو میاں صاحب, شاہ صاحب کوئی میرے بارے بازار کو غلط سنو, میرے بارے کوئی بازاری زبان استعمال کرے گا, میں جواب ہے جو بازاری زبان استعمال نہیں کرے, بھی نوٹ کر لینا. اللہ حافظ. تے انشاءاللہ تہاڈے متعلق بھی کوئی نہیں کردا, تے تسی بھی اس طرح دی مقصد ہے کہ میسج جڑا نا وہ لفافے لپیٹ کے نہ دے کے جایا کرو. تانوں نہیں شاہ صاحب یہ سوٹ کر دیجیے, میری یہ تانوں مقصد تجویز ہے. علم ہے تسی میرے تو وڈے ہوتے, لیکن عمر وچ میرے نال 2 4 5 سال چھوٹے ہی ہو گئے. تے جی ایز جی اے جاری رکھو, آپ جاری رکھو, اسی سننے کو تہاڈی تے ضیاء صاحب دی گفتگو سننے ہیں. تے او ضیاء صاحب اگے یہی عرض ہے کہ وہ جڑی گل تسی کیتی ہے وہ سان تسی بالکل تے, لیکن ہن اس دے وچ بھی ہے کہ اگر کوئی ساڈے بھائیاں دے بھی کوئی اس طرح دے الزامی کویسچن ہوئے تے مہربانی فرما کے تسی بھی جواب دے گے ہو, ٹھیک ہے. یہ احمد سفیر صاحب کون ہے جی؟
ला नबी बादी, चलो देख लेते हैं आज। जी वेलकम सर, ला नबी बादी साहब। अस्सलाम वालेकुम। वालेकुम सलाम जी। जी सफीर साहब वेलकम। मैं ज़िया भाई में शागिर्द बोल रहा हूँ जनाब। हाँ जी, मैं ज़िया भाई में शागिर्द बोल रहा हूँ। अच्छा अच्छा जी, बड़ी खुशी हुई जी ज़िया साहब ते तुसी शागिर्द हो। अल्लाह ताला तुहाडे ज़िया साहब दे तौफील तुहानू जिहड़ा इलम मिल रहा उहदे च बरकत पाए। आमीन। गल जारी रखो जी। ठीक है जी। जी ज़िया साहब, ਜੀ ਮੀਆਂ ਸਾਹਿਬ। ਮੈਂ ਕੀ ਅਰਜ਼ ਕੀਤੀ, ਮੈਂ ਕਿਹਾ ਤੁਹਾਡਾ ਜਿਹੜੇ ਤੁਸੀਂ ਉਹ ਕਹਿ ਰਹੇ ਹੋ ਨਾ ਉਹਦਾ ਸਾਨੂੰ ਤੁਸੀਂ ਮੈਨੂੰ ਦੇ ਤੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਮਕਸਦ ਹੈ ਕਿ ਤੁਹਾਡੇ ਇਸ ਤਰ੍ਹਾਂ ਦੇ ਮਾਮਲਾਤ ਹੈ ਨੇ, ਸਾਡੇ ਅਹਿਮਦੀਆਂ ਦੇ ਵੀ ਕੋਈ ਇਤਰਾਜ਼ਾਤ ਹੋਣ ਤੇ ਉਹਦਾ ਵੀ ਜਵਾਬ ਫਿਰ ਤੁਸੀਂ ਖੰਦਾ ਪੇਸ਼ਾਨੀ ਨਾਲ ਇਸੇ ਤਰ੍ਹਾਂ ਹੀ ਮੇਰੇ ਕੋਲ ਬੈਠ ਕੇ ਦਿਓਗੇ, ਤਅਮਲ ਨਾਲ, ਇਲਮ ਦੇ ਨਾਲ, ਦਲੀਲ ਦੇ ਨਾਲ। ਅਹਿਮਦੀਆਂ ਦੇ ਕਾਹਦਾ ਇਤਰਾਜ਼ ਆ? ਕੁਰਾਨ ਹਦੀਸ ਤੇ ਕੋਈ ਇਤਰਾਜ਼ ਹੋਏਗਾ ਦਿਆਂਗੇ ਜਵਾਬ। ਨਹੀਂ ਨਹੀਂ, ਜਿਹੜਾ ਵੀ ਉਹਨਾਂ ਨੂੰ ਤੁਹਾਡੇ ਮਕਸਦ ਹੈ ਕਿ ਕੋਈ ਵੀ ਜਵਾਬ ਹੋਏਗਾ ਬਜ਼ੁਰਗਾਂ ਸਾਨੂੰ ਵੀ ਹੱਕ ਦਿਓ ਨਾ ਵੀ ਮਿਰਜ਼ਾ ਸਾਹਿਬ ਤੋਂ ਹਟ ਕੇ ਜਿਹੜੇ ਉਹਨਾਂ ਦੇ ਖੁਲਾਫਾ ਤੇ ਮਰਬੀਆਨ ਕਰਾਮ ਤੇ ਉਹਨਾਂ ਦੇ ਬਾਰੇ ਜਿਹੜੇ ਇਤਰਾਜ਼ ਹੋਣ ਫਿਰ ਉਹਨਾਂ ਦਾ ਸਾਨੂੰ ਵੀ ਹੱਕ ਜਦੋਂ ਦਿਓ। ਅਸੀਂ ਤੁਹਾਨੂੰ ਮਿਰਜ਼ਾ ਸਾਹਿਬ ਤੇ ਹੱਕ ਦੇਤਾ ਤੇ ਇਸ ਉੱਤੇ ਹੁਣ ਤੁਸੀਂ ਸਾਡੇ ਕੋਲ ਕਿਹੜਾ ਹੱਕ ਬਸ ਫਿਰ ਲੈਣਾ? ਮਿਰਜ਼ਾ ਸਾਹਿਬ ਦੇ ਹੱਕ ਦਿੱਤਾ ਨਾ ਤੇ ਫਿਰ ਉਹ ਮਿਰਜ਼ਾ ਸਾਹਿਬ ਦੇ ਹਾਂ ਮੁਤਾਬਕ ਤੇ ਇਸੇ ਤਰ੍ਹਾਂ ਜਿਹੜੇ ਮਕਸਦ ਹੈ ਕਿ ਮੌਲਵੀ ਦਾ ਦਿਓ, ਉਹ ਤੇ ਫਿਰ ਸਾਡੀ ਜ਼ਿੰਮੇਵਾਰੀ ਨਹੀਂ ਨਾ। ਨਹੀਂ ਨਹੀਂ, ਉਹ ਤੇ ਮਕਸਦ ਜ਼ਿੰਮੇਵਾਰੀ ਤੇ ਬਣਦੀ ਹੈ ਨਾ। ਨਹੀਂ ਨਹੀਂ, ਸਾਡੀ ਕੋਈ ਜ਼ਿੰਮੇਵਾਰੀ ਨਹੀਂ, ਸਾਡੇ ਵਾਸਤੇ ਕੋਈ ਹੁਜਤ ਨਹੀਂ ਹੈ। ਇਹ ਤਾਂ ਫਿਰ ਹੈਂਡਸ ਅਪ ਹੋ ਗਿਆ ਨਾ। ਨਹੀਂ ਮੀਆਂ ਸਾਹਿਬ, ਤੁਸੀਂ ਕਹਿ ਦਿਓ ਮਿਰਜ਼ਾ ਸਾਹਿਬ ਹੁਜਤ ਨਹੀਂ ਸਾਡੇ ਵਾਸਤੇ, ਅਸੀਂ ਸਵਾਲ ਹੀ ਨਹੀਂ ਉਠਾਉਂਦੇ ਤੁਹਾਡੇ ਤੋਂ। ਸਾਡੇ ਵਾਸਤੇ ਤੇ ਮਕਸਦ ਹੈ ਜਿਹੜੇ ਸਾਡੇ ਵਾਸਤੇ ਹੁਜਤ ਨਹੀਂ, ਜਿਹੜੇ ਕੋਈ ਗਲਤ ਕੰਮ ਕਰਦੇ ਅਸੀਂ ਖੁਦ ਉਹਨਾਂ ਨੂੰ ਕੰਡੈਮ ਕਰਦੇ ਹਾਂ ਤੇ ਉਹਦਾ ਅਸੀਂ ਜਵਾਬ ਕਾਹਦਾ ਦਈਏ? ਨਹੀਂ, ਹੁਣ ਮਕਸਦ ਹੈ ਕਿ ਹਜ਼ਰਤ ਇਮਾਮ ਅਹਿਮਦ ਰਜ਼ਾ ਖਾਨ ਬਰੇਲਵੀ ਸਾਹਿਬ ਆਲਾ ਹਜ਼ਰਤ ਜਿਹੜੇ ਸਾਡੇ ਵਾਸਤੇ ਕੁਰਾਨ ਹਦੀਸ ਤੋਂ ਬਾਅਦ ਕੋਈ ਹੁਜਤ ਨਹੀਂ ਹੈ। ਜਿਹਨੇ ਜੋ ਕੀਤਾ ਉਹ ਆਪ ਜ਼ਿੰਮੇਦਾਰ ਹੈਗਾ ਵਾ, ਅਸੀਂ ਕਿਸੇ ਜ਼ਿੰਮੇਦਾਰ ਨਹੀਂ ਹੈ। हज़रत मौलाना कासम ननौतवी साहब ने मकसद है कि ਕੁਰਾਨ ਹਦੀਸ ਤੇ ਅਲਬત્ਤਾ ਕੋਈ ਇਤਰਾਜ਼ ਹੈ ਉਹਦਾ ਅਸੀਂ ਜਵਾਬ ਦੇਵਾਂਗੇ, ਉਸ ਤੋਂ ਹਟ ਕੇ ਅਸੀਂ ਕੋਈ ਕਿਸੇ ਦਾ ਤੇ ਫਿਰ ਮੇਰਾ ਖਿਆਲ ਹੈ ਫਿਰ ਬਿਹਤਰ ਇਹ ਹੈ ਕਿ ਸਾਡੇ ਤੇ ਵੀ ਕੁਰਾਨ ਹਦੀਸ ਹੀ ਅਸਲ ਹੁਜਤ ਹੈ ਔਰ ਮਿਰਜ਼ਾ ਸਾਹਿਬ ਵਾਸਤੇ ਵੀ ਉਹੀ। ਮਿਰਜ਼ਾ ਸਾਹਿਬ ਨੂੰ ਨਾ ਵੇਖੋ, ਸਾਡੇ ਹਦੀਸ ਨਹੀਂ, ਮਿਰਜ਼ਾ ਸਾਹਿਬ ਦੇ ਵੀ ਤੇ ਕੁਰਾਨ ਮਿਰਜ਼ਾ ਸਾਹਿਬ ਦੇ ਵੀ ਤੇ ਕੁਰਾਨ ਮਜੀਦ ਤੇ ਹਦੀਸ ਹੀ ਹੁਜਤ ਹੈਗੀਆਂ ਸੀ ਨਾ। ਗੱਲ ਸੁਣੋ ਨਾ, ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਫਰਾਮੀਨ ਜਿਹੜੇ ਨੇ ਉਹ ਅਹਾਦੀਸ ਨੇ, ਤੁਹਾਨੂੰ ਮੈਂ ਕਹੀ ਜਾਣਾ ਅਹਾਦੀਸ ਤੇ ਕੋਈ ਇਤਰਾਜ਼ ਹੈ ਤੇ ਦੱਸੋ, ਮੈਂ ਤੁਹਾਨੂੰ ਜਵਾਬ ਦਿਆਂਗਾ। ਹਾਂ ਤੇ ਫਿਰ ਅਸੀਂ ਕੁਰਾਨ ਹਦੀਸ ਤੇ ਰਹਿੰਦੇ ਹਾਂ ਨਾ। ਫਿਰ ਅੰਦਰ ਨੇ ਤੁਹਾਡੇ ਨਬੀ ਨੇ ਤੇ ਤੁਸੀਂ ਉਹਨਾਂ ਦਾ ਜਵਾਬ ਦੇਣਾ ਨਾ। ਨਹੀਂ ਨਹੀਂ, ਸਾਡੇ ਨਬੀ ਤੇ ਉਹ ਮਕਸਦ ਹੈ ਕਿ ਅਸਲ ਤੇ ਹੈਣ ਤੇ ਉਹ ਸਾਰੇ ਮੁਸਲਮਾਨਾਂ ਵਾਸਤੇ, ਲੇਕਿਨ ਹਾਲੇ ਜਿਹੜੇ ਮੁਸਲਮਾਨਾਂ ਨੂੰ ਨਹੀਂ ਸਮਝ ਆਈ ਉਹਨਾਂ ਵਾਸਤੇ ਨਹੀਂ, ਜਿਨ੍ਹਾਂ ਨੂੰ ਆ ਗਈ ਉਹਨਾਂ ਵਾਸਤੇ ਹੈ ਨੇ। ਜਿਨ੍ਹਾਂ ਨੂੰ ਆ ਗਈ ਉਹ ਤੇ ਜਵਾਬ ਦੇਣ। ਹਾਂ ਤੇ ਉਹ ਫਿਰ ਅਸੀਂ ਇੱਕ ਹੀ ਮੁਸਲਮਾਨ ਤੇ ਰਹਿੰਦੇ ਨਾ, ਇੱਕੋ ਹੀ ਜਿਹੜੀ ਦੂਸਰੇ ਮੁਸਲਮਾਨਾਂ ਤੇ ਸਾਡੇ ਦਰਮਿਆਨ ਕਾਮਨ ਹੈਗੀਆਂ ਨੇ ਚੀਜ਼ਾਂ, ਤੇ ਕਾਮਨ ਕੁਰਾਨ ਉਹਦੀ ਸੀ, ਫਿਰ ਉੱਥੇ ਹੀ ਰਹਿੰਦੇ ਆ। ਇਹ ਤਾਂ ਫਿਰ ਮੇਰੇ ਸਾਹਿਬ ਮੀਆਂ ਸਾਹਿਬ ਉਹੀ ਗੱਲ ਹੋਈ ਨਾ, ਫਿਰ ਤੁਸੀਂ ਗੱਲ ਕਰ ਛੱਡ ਦਿਓ ਫਿਰ ਗੱਲ ਤਾਂ ਨਹੀਂ ਨਹੀਂ, ਗੱਲ ਤੇ ਮੈਂ ਤੁਹਾਨੂੰ ਪਤਾ ਬਰਾਬਰੀ ਦੀ ਸਤਹ ਤੇ ਗੱਲ ਕਰਨਾ ਨਾ, ਇਹ ਤਾਂ ਨਹੀਂ ਵੀ ਤੁਹਾਨੂੰ ਇਹ ਮਿਰਜ਼ਾ ਸਾਹਿਬ ਤੁਹਾਡੇ ਤੇ ਸਾਡੇ ਉਲਮਾ ਕਰਾਮ ਦਾ ਤੁਹਾਡੇ ਨਜ਼ਦੀਕ ਇੱਕੋ ਹੀ ਮਕਾਮ ਆ। ਉਹ ਫਿਰ ਹਦੀਸ ਜਿਹੜੀ ਉਹਨੂੰ ਮਨਸੂਖ ਕਰ ਦਿਓ, ਉਹਨੂੰ ਜ਼ਈਫ ਕਹਿ ਦਿਓ, ਉਹਨੂੰ ਬਾਤਲ ਕਹਿ ਦਿਓ ਕਿ ਜਿਹੜਾ ਰਸੂਲ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਹਦੀਸ ਹੈ ਕਿ ਆਪਣਾ ਮੇਰੀ ਉਮਤ ਦੇ ਉਲਮਾ ਜਿਹੜੇ ਨੇ ਬਨੀ ਇਸਰਾਇਲ ਦੇ ਅੰਬੀਆ ਜਿਨ੍ਹਾਂ ਮਕਸਦ ਹੈ ਕਿ ਰੁਤਬਾ ਰੱਖਣਗੇ। ਤੇ ਮਿਰਜ਼ਾ ਸਾਹਿਬ ਬਨੀ ਇਸਰਾਇਲ ਦੇ ਨਬੀ ਸੀ ਯਾਰ, ਉਹਨਾਂ ਨੇ ਮਿਸਾਲ ਦਿੱਤੀ ਬਨੀ ਇਸਰਾਇਲ, ਉਸ ਤੁਹਾਡੇ ਉਸ ਤੋਂ ਬਾਅਦ ਸਾਹਿਬ ਦੀ ਬਨੀ ਇਸਰਾਇਲ ਦੇ ਪੈਗੰਬਰ ਸਮਝਦੇ ਹੋ ਜਿਹੜਾ ਉਹਨਾਂ ਦਾ ਮੁਕਾਬਲਾ ਸਾਡੇ ਉਲਮਾ ਲਿਆ ਰਹੇ ਹੋ? ਨਹੀਂ, ਤੁਹਾਡੇ ਉਲਮਾ ਤੇ ਉਹ ਨਬੀਆਂ ਜਿੰਨਾ ਰੁਤਬਾ ਰੱਖਦੇ ਨਾ, ਤੇ ਮਿਰਜ਼ਾ ਸਾਹਿਬ ਤੇ ਉਮਤੀ ਨਬੀ ਬਣ ਗਏ ਨਾ। ਰੁਤਬਾ ਨਹੀਂ ਰੱਖਦੇ ਜੀ ਨਬੀਆਂ ਜਿੰਨਾ, ਮਕਾਮ ਰੱਖਦੇ ਨੇ ਨਾ। ਹਾਂ ਮਕਾਮਨ ਤੇ ਹੈ ਨਾ, ਉਹਨਾਂ ਦੀ ਮਿਸਾਲ ਤੇ ਹੈ। ਮਿਰਜ਼ਾ ਸਾਹਿਬ ਕੋਈ ਹੁਣ ਬਨੀ ਇਸਰਾਇਲ ਦੇ ਨਬੀ ਨਹੀਂ ਮਿਰਜ਼ਾ ਸਾਹਿਬ ਤੇ ਬਨੀ ਮੁਹੰਮਦੀਆ ਉਮਤ ਮੁਹੰਮਦੀਆ ਦੇ ਉਮਤੀ ਨਬੀ ਨੇ ਨਾ। ਉਹਨਾਂ ਨੇ ਕੋਈ ਦਾਵਾ ਕੀਤਾ ਕਿ ਮੈਂ ਉਹਨਾਂ ਤੋਂ ਹਟ ਕੇ ਨਬੀ ਹਾਂ? ਹਾਂ ਤੇ ਫਿਰ ਉਹ ਮਿਸਾਲ ਹੀ ਤੁਸੀਂ ਗਲਤ ਦੇ ਰਹੇ ਹੋ। ਮਿਸਾਲ ਤੇ ਮੈਂ ਠੀਕ ਦਿੱਤੀ, ਲੇਕਿਨ ਤੁਸੀਂ ਨਿਕਲਣ ਦੀ ਤੁਸੀਂ ਕਲੀਅਰ ਦੱਸ ਦਿਓ ਨਾ ਕਿ ਤੁਹਾਡੇ ਉਲਮਾ ਕਰਾਮ ਸਾਡੇ ਨਜ਼ਦੀਕ ਤੁਹਾਡੇ ਉਲਮਾ ਕਰਾਮ ਤੇ ਮਿਰਜ਼ਾ ਸਾਹਿਬ ਦਾ ਇੱਕੋ ਹੀ ਮਕਾਮ ਆ, ਤੁਸੀਂ ਕਲੀਅਰ ਦੱਸ ਦਿਓ। ਨਹੀਂ ਮੈਂ ਇਹ ਆ ਰਿਹਾ ਕਿ ਜਿਹੜੇ ਮਿਰਜ਼ਾ ਸਾਹਿਬ ਨੇ ਨਾ, ਉਹ ਵਾ ਮੈਂ ਯੁਤੀ ਲਾਲੀ ਜਿਹੜੀ ਆਇਤ ਹੈ ਨਾ ਉਹਦੇ ਮੁਤਾਬਕ ਜਿਹੜੇ ਨੇ
ਉਹ ਉਮਤੀ ਨਬੀ ਹੋ ਗਏ ਨੇ, ਲੇਕਿਨ ਤੁਹਾਡੇ ਉਲਮਾ ਜਿਹੜੇ ਨੇ ਉਹ ਮਾਂ ਹੈਗੇ ਨੇ ਕਿ ਉਹ ਰਫੀਕ ਨੇ ਜੰਨਤ ਦੇ ਵਿੱਚ, ਉਹਨਾਂ ਦੇ ਨਬੀਆਂ ਦੇ ਦੋਸਤ ਹੈਗੇ ਨੇ। ਉਹ ਤੇ ਹਰ ਮੂਮਨ ਹੀ ਹੈ ਨਾ। ਹਾਂਜੀ ਮੈਨੂੰ ਇਜਾਜ਼ਤ ਹੈ ਜਨਾਬ, ਮੈਂ ਜੀ ਸ਼ਾਹ ਸਾਹਿਬ मेरा मौक़िफ़ वे जी इत्तफ़ाक़ करना या ना करना, मेरा मौक़िफ़ है कि कुरान मजीद फुरकान हमीद जी ਤੇ ਫਿਰ ਜਿਹੜਾ ਬੰਦਾ ਜਿਹਨੂੰ ਨਬੀ ਮੰਨਦਾ ਹੈ ਨਾ ਉਹਦੀ ਗੱਲ ਦਾ ਇਨਕਾਰ ਨਾ ਕਰੇ, ਕਿਸੇ ਵੀ ਮੁਨਾਜ਼ਰਾ ਹੋਵੇ, ਮੁਕਾਲਮਾ ਹੋਵੇ, ਗੁਫ਼ਤਗੂ ਹੋਵੇ। ਮੈਂ ਹਮੇਸ਼ਾ ਇਹੀ ਉਸੂਲ ਦੇਣਾ ਕਿ ਕੁਰਾਨ ਮਜੀਦ ਤੇ ਜਿਹੜਾ ਬੰਦਾ ਜਿਹਨੂੰ ਨਬੀ ਮੰਨਦਾ ਹੈ ਨਾ ਉਹਦੀ ਗੱਲ ਆਏ ਦਰਮਿਆਨ ਚ ਆਏ, ਤੇ ਜਿਵੇਂ ਅਸੀਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਨਬੀ ਮੰਨਦੇ ਆ ਤੇ ਹਦੀਸ ਸਰਕਾਰ ਦੀ ਆਏਗੀ, ਸਾਡੇ ਵਾਸਤੇ ਹੁਜਤ ਹੋਏਗੀ। ਤੇ ਜਿਹੜਾ ਵੀ ਬੰਦਾ ਜਾਂ ਕਮਿਊਨਿਟੀ ਜਿਸ ਬੰਦੇ ਨੂੰ ਨਬੀ ਮੰਨਦੀ ਹੈ, ਉਹਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਅਸੀਂ ਉਹਦੀ ਗੱਲ ਦਰਮਿਆਨ ਤੁਸੀਂ ਨਹੀਂ ਲਾ ਸਕਦੇ। ਇਹ ਮੇਰਾ ਮੌਕਫ ਇਹ ਵੇ, ਤੇ ਕੋਈ ਮੰਨ ਲੈ ਤੇ ਠੀਕ ਹੈ, ਨਾ ਮੰਨੇ ਤਾਂ ਵੀ ਠੀਕ ਹੈ, ਮੇਰਾ ਮੌਕਫ ਇਹ ਹੈ ਜਨਾਬ। ਜੀ ਸ਼ਾਹ ਸਾਹਿਬ, ਬੜੀ ਸੋਹਣੀ ਗੱਲ ਤੁਸੀਂ ਕੀਤੀ ਹੈ, ਲੇਕਿਨ ਇੱਥੇ ਮਸਲਾ ਹੋ ਰਿਹਾ ਨਾ, ਤੁਸੀਂ ਵੀ ਤੇ ਗੱਲ ਦੀ ਨਜ਼ਾਕਤ ਨੂੰ ਸਮਝਿਓ ਨਾ ਕਿ ਅਗਰ ਕੋਈ ਮਸੀਹੀ ਉਹਨੂੰ ਅਗਰ ਤੁਸੀਂ ਜਵਾਬ ਦੇਣਾ ਤਾਂ ਬੇਸ਼ੱਕ ਉਹਦੀ ਆਪਣੀ ਇੱਕ ਸ਼ਰੀਅਤ ਹੈ, ਆਪਣੀ ਤੁਸੀਂ ਜਵਾਬ ਦੇਣਾ ਤਾਂ ਬੇਸ਼ੱਕ ਉਹਦੀ ਆਪਣੀ ਇੱਕ ਇਜਾਜ਼ ਸਾਹਿਬ ਦਾ ਮਿਊਟ ਲਗਾਣਾ, ਇਜਾਜ਼ ਸਾਹਿਬ ਮਿਊਟ ਲਾਓ ਫੌਰਨ ਤੋਂ ਪਹਿਲੇ ਜੀ, ਜਜ਼ਾਕੱਲਾ। ਉਹਨੂੰ ਤੇ ਤੁਸੀਂ ਬਾਈਬਲ ਤੋਂ ਜਵਾਬ ਦੇ ਸਕਦੇ ਹੈਗੇ ਹੋ, ਔਰ ਮਸੀਹ ਅਗਰ ਤੁਹਾਨੂੰ ਜਵਾਬ ਦੇਣਾ ਚਾਹੇ ਤਾਂ ਉਹ ਕੁਰਾਨ ਪਾਕ ਜਾਂ ਇਹਨਾਂ ਚੀਜ਼ਾਂ ਤੋਂ ਦੇ ਸਕਦਾ ਹੈਗਾ। ਲੇਕਿਨ ਮਿਰਜ਼ਾ ਸਾਹਿਬ ਨੇ ਤੇ ਕੋਈ ਆਪਣੀ ਵੱਖਰੀ ਸ਼ਰੀਅਤ ਡਿਕਲੇਅਰ ਨਹੀਂ ਨਾ ਕੀਤੀ, ਉਹਨਾਂ ਨੇ ਤੇ ਆਪਣੀ ਸ਼ਰੀਅਤ ਕੁਰਾਨ ਮਜੀਦ ਰੱਖੀ ਹੈ ਔਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਪਣਾ ਪੇਸ਼ਵਾ, ਆਪਣਾ ਆਕਾ ਕਿਹਾ, ਉਹਨਾਂ ਦੇ ਗੁਲਾਮ ਬਣੇ ਨੇ। ਤੇ ਹੁਣ ਅਸੀਂ ਤੁਹਾਨੂੰ ਕੁਰਾਨ ਹਦੀਸ ਤੋਂ ਮਿਰਜ਼ਾ ਸਾਹਿਬ ਤੋਂ ਕਿਸ ਤਰ੍ਹਾਂ ਜਵਾਬ ਦਈਏ ਜੀ? ਜਾਂ ਤਾਂ ਮਿਰਜ਼ਾ ਸਾਹਿਬ ਨੇ ਆਪਣੀ ਕੋਈ ਕਿਤਾਬ ਦਿੱਤੀ ਹੁੰਦੀ ਕੁਰਾਨ ਦੇ ਬਿਲ ਮੁਕਾਬਲ, ਫਿਰ ਤੇ ਅਸੀਂ ਕਹਿੰਦੇ ਕਿ ਜੀ ਠੀਕ ਹੈ ਜੀ, ਅਸੀਂ ਪਾਬੰਦ ਹਾਂ ਤੁਹਾਡੇ। ਜਦੋਂ ਮਿਰਜ਼ਾ ਸਾਹਿਬ ਨੇ ਪਹਿਲੀ ਹੁਜਤ ਸਾਨੂੰ ਕੁਰਾਨ ਕੇ ਗਿਰਦ ਘੂਮੂ, ਕੁਰਾਨ ਕੋ ਚੂਮੂ, ਸਾਰਾ ਕੁਝ ਉਹਨਾਂ ਨੇ ਸਾਨੂੰ ਇਹ ਦੱਸਿਆ, ਨੂਰੇ ਫੁਰਕਾਨ ਹੈ ਜੋ ਸਭ ਨੂਰੋਂ ਸੇ ਅਜਲਾ ਨਿਕਲਾ। ਤੇ ਅਸੀਂ ਕੁਰਾਨ ਹਦੀਸ ਤੋਂ ਕਿਵੇਂ ਬਾਹਰ ਨਿਕਲੀਏ ਜੀ? ਮੀਆਂ ਸਾਹਿਬ, ਤੁਹਾਡੀ ਲਾ ਇਲਮੀ ਹੈ। ਮਿਰਜ਼ਾ ਸਾਹਿਬ ਨੇ ਆਪਣੇ ਤੇ ਨਾਜ਼ਲ ਹੋਣ ਵਾਲੀ ਵਹੀ ਨੂੰ ਵੀ ਕੁਰਾਨ ਦੇ ਬਰਾਬਰ ਕਰਾਰ ਦਿੱਤਾ। ਕੁਰਾਨ ਦੇ ਬਰਾਬਰ ਨਹੀਂ ਤੇ ਦਿੱਤਾ ਉਹਨਾਂ ਨੇ ਕਿਹਾ ਕਿ ਕੁਰਾਨ ਦੇ ਕੁਲੂ ਹਾਸਲ ਕਰਕੇ ਇਹ ਸਾਰੀਆਂ ਚੀਜ਼ਾਂ ਹੈਗੀਆਂ। ਨਾ, ਮਿਰਜ਼ਾ ਸਾਹਿਬ ਨੇ ਇਹ ਕਿਹਾ ਵਾ ਕਿ ਜਿਹੜੀ ਹਦੀਸ ਕੁਰਾਨ ਦੇ ਖਿਲਾਫ ਹੋਏ ਜਾਂ ਮੇਰੀ ਵਹੀ ਦੇ ਖਿਲਾਫ ਹੋਏ ਉਹਨੂੰ ਅਸੀਂ ਰੱਦ ਕਰਦੇ ਹਾਂ। ਕੁਰਾਨ ਦੇ ਬਰਾਬਰ ਹੀ ਕਰਾਰ ਦਿੱਤਾ ਉਹਨਾਂ ਨੇ। ਤੁਸੀਂ ਉਹਨੂੰ ਮੰਨਦੇ ਹੋ ਜਿਹੜੀ ਕੁਰਾਨ ਦੇ ਖਿਲਾਫ ਹੋਵੇ? ਨਹੀਂ, ਅਸੀਂ ਨਹੀਂ ਮੰਨਦੇ। ਤੇ ਫਿਰ ਫਰਕ ਕੀ ਰਹਿ ਗਿਆ ਮਿਰਜ਼ਾ ਸਾਹਿਬ ਦੀ ਤਾਲੀਮ? ਮਿਰਜ਼ਾ ਸਾਹਿਬ ਦੀ ਵਹੀ ਦਾ ਫਰਕ ਰਹਿ ਗਿਆ। ਮਿਰਜ਼ਾ ਸਾਹਿਬ ਕਹਿੰਦੇ ਜਿਹੜੀ ਕੁਰਾਨ ਦੀ ਨਹੀਂ, ਹੁਣ ਤੁਸੀਂ ਵੇਖੋ ਨਾ, ਤਿਲਕਿਆ ਨਾ ਕਰੋ, ਲੈਬ ਬੁਆਏ ਤਿਲਕਿਆ ਨਾ। ਨਹੀਂ ਮੀਆਂ ਸਾਹਿਬ, ਇਹ ਤੇ ਗੱਲ ਆ ਵੀ ਕੁਰਾਨ ਦੇ ਤੇ ਮੇਰੇ ਇਤਰਾਜ਼ ਹੀ ਨਹੀਂ ਹੈ। ਇਤਰਾਜ਼ ਜਿਹੜੀ ਗੱਲ ਦਾ ਵਾ, ਇਤਰਾਜ਼ ਵੀ ਨਹੀਂ, ਤੁਹਾਨੂੰ ਜਵਾਬ ਦੇ ਰਿਹਾ ਸੀ। ਤੁਸੀਂ ਕਿਹਾ ਕਿ ਮਿਰਜ਼ਾ ਸਾਹਿਬ ਨੇ ਆਪਣੀ ਕਿਸੇ ਸ਼ੈ ਨੂੰ ਕੁਰਾਨ ਦੇ ਬਰਾਬਰ ਨਹੀਂ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜੀ ਕੁਰਾਨ ਦੇ ਖਿਲਾਫ ਹੋਏ ਜਾਂ ਮੇਰੀ ਵਹੀ ਦੇ ਖਿਲਾਫ ਹੋਏ। ਉਹਨਾਂ ਨੇ ਇਹ ਕਿਹਾ ਕਿ ਕੁਰਾਨ ਮਜੀਦ ਦੀ ਤਾਲੀਮਾਤ ਦੀ ਰੋਸ਼ਨੀ 'ਚ ਮੇਰਾ ਸਾਰਾ ਕੁਝ ਹੈਗਾ। ਮਿਰਜ਼ਾ ਸਾਹਿਬ, ਮੈਂ ਤੁਹਾਨੂੰ ਤਹਰੀਰ ਵਿਖਾ ਦਿੰਦਾ, ਤੁਸੀਂ ਮੈਨੂੰ ਉਹ ਤਹਰੀਰ ਦਾ ਵੇਖੋ ਨਾ, ਉਹੀ ਗੱਲ ਹੈ ਕਿ ਮਤਲਬ ਆਪਣੇ ਆਪਣੇ ਲੈਣਾ ਨਾ। ਤੁਸੀਂ ਆਪਣਾ ਮਤਲਬ ਲਓ, ਮੈਂ ਤੁਸੀਂ ਕਿਉਂ ਲੈਣਾ? ਨਾ ਅਸੀਂ ਲੈਣਾ ਮਤਲਬ, ਨਾ ਤੁਸੀਂ ਲੈਣਾ ਮਤਲਬ, ਉਹੀ ਲੈਣਾ। ਮੈਂ ਆਪਣਾ ਮਤਲਬ ਲੈਣਾ ਹੈ ਜਿਹੜਾ ਮੈਨੂੰ ਮਕਸਦ ਹੈ ਕਿ ਅੱਜ ਮਤਲਬ 50 ਸਾਲ ਦੀ ਉਮਰ ਤੱਕ ਦੱਸਿਆ ਗਿਆ, ਜਾਂ ਮੈਂ ਆਪ ਵੀ ਖੁਦ ਵੀ ਗੌਰ ਕੀਤਾ। ਨਹੀਂ, ਤੁਹਾਡੇ ਕੋਲ ਕੀ ਹੱਕ ਆ ਕਿ ਤੁਸੀਂ ਮਿਰਜ਼ਾ ਸਾਹਿਬ ਦੀ ਗੱਲ ਦਾ ਮਤਲਬ ਲਓ? ਮਿਰਜ਼ਾ ਸਾਹਿਬ ਆਪ ਦੱਸਣਗੇ ਮਤਲਬ। ਕਿਉਂ? ਮੇਰਾ ਕੀ ਹੈਗਾ ਤੇ ਹੋਰ ਤੁਹਾਡਾ ਹੱਕ ਹੈਗਾ ਕਿ ਤੁਸੀਂ ਉਹਨਾਂ ਦਾ ਆਪਣੀ ਮਰਜ਼ੀ ਦਾ ਮਤਲਬ। ਮੀਆਂ ਸਾਹਿਬ, ਨਾ ਤੁਹਾਡਾ ਨਾ ਮੇਰਾ, ਕਿਸੇ ਦਾ ਵੀ ਹੱਕ ਨਹੀਂ। ਤੁਸੀਂ ਉਹਨਾਂ ਨੂੰ ਮੰਨਦੇ ਵੀ ਨਹੀਂ ਤੇ ਆਪਣੀ ਮਰਜ਼ੀ ਦਾ ਮਤਲਬ ਲੈ ਸਕਦੇ ਹੋ, ਤੇ ਮੈਂ ਉਹਨਾਂ ਨੂੰ ਮੰਨਣਾ ਵੀ ਉਹਨਾਂ ਦੇ ਵੈਦ ਜਾਂ ਤੇ ਮੈਂ ਉਹਨਾਂ ਦੀ ਗੱਲ ਨੂੰ ਨਹੀਂ ਸਮਝ ਸਕਦਾ। ਮੇਰੀ ਨਹੀਂ ਮਰਜ਼ੀ, ਮੈਂ ਕਿਦੋਂ ਕਿਹਾ ਕਿ ਮੇਰੀ ਮਰਜ਼ੀ ਦਾ ਮਤਲਬ ਲਓ? ਮੈਂ ਕਿਹਾ ਜਿਹੜਾ ਮਿਰਜ਼ਾ ਸਾਹਿਬ ਨੇ ਖੁਦ ਮਤਲਬ ਦੱਸਿਆ ਉਹੀ ਮਤਲਬ ਲਿਆ ਜਾਏ। ਆਪਣਾ ਜਨਾਬ ਅਵਾਨ ਸਾਹਿਬ, ਮਿਰਜ਼ਾ ਸਾਹਿਬ ਨੇ ਜੋ ਵੀ ਕਿਹਾ ਹੈਗਾ ਨਾ, ਉਹ ਬਿਲਕੁਲ ਸਹੀ ਕਿਹਾ ਹੈਗਾ, ਔਰ ਅਸੀਂ ਉਹਦੇ ਤੇ ਬਿਲਕੁਲ ਪਹਿਰਾ ਦਿੰਦੇ ਹਾਂ, ਅਸੀਂ ਉਹਨਾਂ ਨੂੰ ਮੰਨਦੇ ਹਾਂ, ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਹੈਗੀ। ਮੀਆਂ ਸਾਹਿਬ, ਇੱਕ ਛੋਟਾ ਜਿਹਾ ਗੱਲ ਕਰ ਸਕਣਾ ਜੀ? ਸਾਰੇ ਕਰ ਸਕਦੇ ਨੇ, ਸਿਰਫ ਮੈਂ ਕੋਈ ਇਕੱਲਾ ਹੀ ਤਾਂ ਨਹੀਂ ਸਪੀਕਰ ਹੈਗਾ ਕਿ ਮੋਹਤਰਮ। ਜਾਂ ਤੇ ਜਿਸਲੇ ਕਹਿੰਦਾ ਨਾ ਸਾਡੇ ਵਾਸਤੇ ਉੱਜਤ ਨਹੀਂ, ਤੇ ਪਹਿਲਾਂ ਫਿਰ ਜਾਂ ਤੇ ਕੌਣ ਕਿ ਨਬੀ ਦੇ ਵਾਰਿਸ ਨਹੀਂ, ਜਾਂ ਮੰਨਣ ਕਿ ਬਨੀ ਇਸਰਾਈਲ ਦੇ ਅੰਬਿਆ ਜੈਸੇ ਨਹੀਂ। ਉਹਨਾਂ ਨੇ ਮਿਸਾਲ ਦਿੱਤੀ ਹੈ ਕਿ ਉਨਕੀ ਤਰ੍ਹਾਂ। ਤੇ ਜਾਂ ਇਸ ਚੀਜ਼ ਤੋਂ ਇਨਕਾਰ, ਜਿਸ ਵੇਲੇ ਵੀ ਆਪਣੇ ਕਿਸੇ ਵੀ ਆਲਮ ਦਾ ਇਨਕਾਰ ਕਰਨਾ ਨਾ ਉਹਨਾਂ ਨੇ, ਤੇ ਇਹਨਾਂ ਦੋ ਚੀਜ਼ਾਂ ਦਾ ਇਨਕਾਰ ਕਰਨਾ ਕਿ ਬਨੀ ਇਸਰਾਈਲ ਦੇ ਅੰਬਿਆ ਜੈਸੇ ਨਹੀਂ ਹੈ,
ਤੇ ਜਨਾਬ ਯਾ ਨਬੀ ਦਾ ਵਾਰਿਸ ਨਹੀਂ ਹੈ। ਇਹਨਾਂ ਚੀਜ਼ਾਂ ਦਾ ਇਨਕਾਰ ਕਰਕੇ ਤੇ ਜਨਾਬ ਉਹਨਾਂ ਨੂੰ ਕਹਿ ਦੇਣ ਕਿ ਸਾਡੇ ਵਾਸਤੇ ਹੁਜਤ ਨਹੀਂ ਹੈ। ਬਾਕੀ ਸਾਰੇ 74 ਦੀ ਗੱਲ ਹੋਵੇ तो ਹੁਜਤ ਹੋ जाते हैं। अदर उधर तो हमारे उलमा ने ये कहा है, उस लिए हुज्जत हो जाते हैं। तो जिले इंज दी गल करन तो कहते हैं हुज्जत नहीं है। तो पहला इन्हां चीज़ों की ना ना कोल तरदीद करवा लिया करो कि ठीक है जी तुहाडे वास्ते हुज्जत नहीं, तो इस चीज़ तो इनकार करो कि नबी दा वारिस भी नहीं तो बनी इसराइल दे अंबिया जैसे भी नहीं। हाँ बिल्कुल, ਜਿਹੜੀ ਹੱਕ ਦੀ ਗੱਲ ਹੈ ਉਹ ਹੱਕ ਦੀ ਗੱਲ ਹੈ, ਉਹਦੇ ਕਿਹੜੀ ਕੋਈ ਐਸੀ ਗੱਲ ਮੰਨਣਾ ਪਏਗਾ। ਜਿਹੜਾ ਮੰਨੇ ਡੰਕੇ ਦੀ ਚੋਟ ਤੇ ਕੋ ਮੰਨੇ ਆ ਬਈ। ਕਿਸੇ ਉਲਮਾ ਨੇ ਕੋਈ ਖਿਲਾਫ ਇਸਲਾਮ ਜਾਂ ਖਿਲਾਫ ਸ਼ਰੀਅਤ ਗੱਲ ਨਹੀਂ ਕੀਤੀ। ਆਲਮ ਕਰ ਹੀ ਨਹੀਂ ਸਕਦਾ। ਉਹ ਬਈ ਰੋਮਾ ਸਾਹਿਬ ਤੁਹਾਡੇ ਤੋਂ ਉੱਤੇ ਬੜੇ ਸੀਨੀਅਰ ਬੰਦੇ ਬੈਠੇ ਨੇ, ਤੁਸੀਂ ਥੱਲੋਂ ਚਮਚੇ ਕੜਛੀਆਂ ਨਾ ਲਾਓ। ਉੱਤੇ ਸ਼ਾਹ ਸਾਹਿਬ रोमा सर ऊपर ला लो, मैं जरा बिजी हूं। उन्होंने नहीं इन्होंने शाह साहब ते इतमाद नहीं, ज़ियाद साहब ते इतमाद नहीं है। नहीं वो अच्छी अब मेरा सिग्नल वो अच्छी। अच्छा आए लियोसन साहब, चलो जी ज़िया साहब को साडा वस नहीं हैगा तो तुसी आ जाओ, ते तुहाडे नाल ते साडा वस चल जाएगा ना। तुसी आके ज़िया साहब की जगह ते गल कर लो। ਉਹ ਮੀਆਂ ਸਾਹਿਬ ਇਹਨਾਂ ਚ ਇੰਨੀ ਜ਼ਰੂਰਤ ਹੁੰਦੀ ਤੇ ਉੱਤੇ ਨਾ ਆ ਜਾਂਦੇ। ਉਹ ਨਹੀਂ ਉਹ ਨਹੀਂ ਗੱਲ ਹੈਗੀ। ਉਹ ਹਰ ਇੱਕ ਨੇ ਆਪਣਾ ਨੀਚੇ ਕੋਈ ਨਾ ਕੋਈ ਤੇ ਕਰਨਾ ਹੀ ਹੁੰਦਾ ਥੋੜਾ ਬਹੁਤ। नहीं जा सब हर बंदे का हक है कि अगर कोई दाद खाद दे रहा तो देन दिया करो, तुसी क्यों माट कर रहे हो? ਉਹਨਾਂ ਦੇ ਬਾਜ਼ ਬੰਦੇ ਹੁੰਦੇ ਨੇ ਜਿਹੜੇ ਦਾਦ ਖਾਦ ਦੇਣ ਵਾਸਤੇ ਹੁੰਦੇ ਨੇ ਕਿ ਤੂੰ ਭਾਈ ਸਾਨੂੰ ਦਾਦ ਖਾਦ ਦੇਈ ਜਾਣੀ, ਤੇ ਉਹਨਾਂ ਨੂੰ ਦੇਣ ਦੋ। ਅੱਛਾ ਮੈਂ ਇਹਨਾਂ ਦੇ ਜੀ ਆਈਲੂਸੀਅਨ ਦੇ ਤੁਹਾਡੇ ਫਾਲੋਵਰ ਕਿੰਨੇ ਘੱਟ ਨੇ, ਇਹਨਾਂ ਨੂੰ ਸਾਰੇ ਫਾਲੋ ਕਰ ਲਓ ਜੀ। ਨੈਕਸਟ ਟਾਈਮ ਇਹ ਵੀ ਆ ਜਾਣਾ। ਐਸਾ 50 ਬੰਦਾ ਬੈਠਾ, ਆਈਲੂਸੀਅਨ ਨੂੰ ਫਾਲੋ ਕਰ ਲਓ ਸਾਰੇ, ਅਹਿਮਦੀ ਵੀ ਕਰ ਲੈਣ। ਇਸ ਕਾਰੇ ਖੈਰੇ ਚ ਹਿੱਸਾ ਪਾ ਦਿਓ ਕਿ ਉੱਤੇ ਆ ਸਕਣ। ਇਹਨਾਂ ਦੇ ਉੱਪਰ ਆਣੇ ਚ ਵੀ ਅਹਿਮਦੀਆਂ ਦਾ ਹਿੱਸਾ ਪੈ ਜਾਏ। ले जी मियाँ साहब वही जो इल्ज़ाम मुझ पे इनके उलमा लगाते हैं ना, सबूत मांगो तो वो कहते हैं कि सबूत कोई नहीं, बस इल्ज़ाम ही है। अगर इल्ज़ाम लगाना है तो जवाब नहीं देना, तो इल्ज़ाम तो मैं भी लगा सकता हूँ किसी पे, फिर लगा रहे सबूत मांगने। सबूत के बगैर इल्ज़ाम को दुरुस्त समझता तो लीजिए साहब लगाऊँ आप पे इल्ज़ाम। चलो माजा भाई आए ना जी, माजा भाई अस्सलाम वालेकुम। नहीं मेरी वो माजा भाई कर लें, सिर्फ इनके से पूछना ये नीचे से 3 दफ़ा ये बात लिख चुके हैं। आप भी मुझे जानते हैं, आप तो खैर मुझे प्राइवेट भी जानते हैं, तो वो नीचे मुसलसल एक बात लगे हुए हैं जी मैं गालियां देता हूँ मैं ये, हालांकि इनके टेक्स्ट मैंने पढ़े हुए गलीज तरीन टेक्स्ट लिखते हैं। बट साहब आप उनके नाम पे गौर करें, उसका नाम है जो इल्यूजन का मतलब तो आप समझते ही होंगे कि जिसकी कोई हकीकत नहीं होती। अच्छा भैया माचा भाई आए ने, इसमें इसम बा मुसम्मा है। माजा साहब माइक पटो। अस्सलामु अलैकुम वरहमतुल्लाहि वबरकातुहू, कैफल अहवाल या उम्मुल मुस्लिमा। वालेकुम अस्सलाम या अखी अल मुस्लिम। अल्हम्दुलिल्लाह। पहले तो मियाँ साहब बहुत बहुत ईद मुबारक सारे दोस्तों को जी, ਜਿਹੜੇ ਮੇਰੀ ਯਾਨੀ ਕਿ ਮੁਬਾਰਕ ਕਬੂਲ ਕਰਦੇ ਨੇ ਉਹਨਾਂ ਨੂੰ ਈਦ ਮੁਬਾਰਕ, ਤੇ ਜਿਹੜੇ ਨਹੀਂ ਕਰਦੇ ਤੇ ਉਹ ਆਪਣੀ ਖੁਸ਼ੀ ਨਾਲ ਨਾ ਕਰਨ ਬੇਸ਼ੱਕ। खैर मुबारक जी, खैर मुबारक। सबसे पहले मेरी तरफ से खैर मुबारक इब्ने माजा भाई। अल्हम्दुलिल्लाह जी ठीक ठाक, आप सुनाएं ठीक ठाक हैं, कैसी गुजरी ईद? माशाल्लाह अल्लाह का फजल। आप सुनाएं कैसे मिजाज है? जी मेरी बहुत बेहतर गुजर गई ईद, और आप सुनाएं कैसे मिजाज है आपके? अल्हम्दुलिल्लाह शुक्र है परवरदिगार का। और मियाँ साहब कैसी गुजरी जी ईद?
the top of top, the top of top. ਤਨੋਟਨ ਜੀ ਮਾਸ਼ਾਅੱਲਾ ਮਾਸ਼ਾਅੱਲਾ। WhatsApp ਤੁਸੀਂ ਸੁਣਾਓ कैसी गुजरी जे? बहुत शुक्र, बड़ी अच्छी। ਤੁਸੀਂ ਸੁਣਾਓ ਤੁਹਾਡੀ ਈਦ ਕੈਸੀ ਗੁਜ਼ਰੀ? ਸਾਡੀ ਤੇ ਮਾਸ਼ਾਅੱਲਾ ਮੈਂ ਕਹਿੰਦਾ ਜ਼ਬਰਦਸਤ ਕਿਸਮ ਦੀ ਗੁਜ਼ਰ ਗਈ ਤੇ ਗੁਜ਼ਰ ਵੀ ਰਹੀ ਹੈ। ਅਜੇ ਵੀ ਮਹਿਮਾਨ ਆਏ ਨੇ ਤੇ ਬਸ ਕਿ ਮੈਂ ਕਿਹਾ ਚਲੋ ਮੀਆਂ ਸਾਹਿਬ ਦੀ ਲਾਈਵ ਆਨ ਹੋਈ ਹੈ ਤੇ ਮੈਂ ਮੁਬਾਰਕਬਾਦ ਦੇ ਆਵਾਂ। तो रमजी भाई अस्सलाम वालेकुम, ईद मुबारक जी आपको। मदद भाई अल्लाह ताला इसके लिए जितने भी दोस्त करते हैं उनके लिए उसका ये मौका आपको परेशानियों को दूर फरमाए और आपके लिए आसानियाँ सबके लिए पैदा करे। नाइटमेयर साहब जी अस्सलाम वालेकुम वरहमतुल्लाहि वबरकातुहू। सुनाइए जी कैसी गुजरी है आपकी ईद? चलो जी म्यूट लगाया आपने। अल्हम्दुलिल्लाह, शुक्र अल्लाह का, बड़ी अच्छी गुजरी। आपको भी बहुत बहुत ईद मुबारक हो। आपकी कैसी गुजरी है? अल्हम्दुलिल्लाह गुजर गई। मैं ज़रा ऐसी जगह पर मेरी सलाम अला मन तबल हुदा जी। कैफल अहवाल अंत बखैर? चलो अल्हम्दुलिल्लाह अला ज़ालिक, अल्हम्दुलिल्लाह अला ज़ालिक। ਚਲੋ ਤੁਸੀਂ ਮਰਤਬਲ ਹੁਦਾ ਦਾ ਮੈਚ ਪਾ ਲਓ ਇੱਥੇ 5 ਓਵਰਾਂ ਦਾ ਹੈ। ਅੱਲਾ ਕਰੇ ਦੋਵਾਂ ਨੂੰ ਹਦਾਇਤ ਨਾ ਆਵੇ ਹੈ, ਦੋਵੇਂ ਹਦਾਇਤ ਤੋਂ ਮਰਹੂਮ ਰਹਿਣ। ਬੜੀ ਗੱਲ। ਅੱਛਾ ਮੈਨੂੰ ਮੀਆਂ ਸਾਹਿਬ ਇੱਕ ਚੀਜ਼ ਸਮਝ ਨਹੀਂ ਆਉਂਦੀ ਜੀ ਕਿ ਇੱਕ ਜਗ੍ਹਾ ਤੇ ਕਿਸੇ ਦਾ ਫਤਵਾ ਹੋਵੇ ਕਿ ਫਲਾਂ ਵੀ ਕਾਫਰ ਫਲਾਂ ਵੀ ਕਾਫਰ ਔਰ ਜਿਹੜਾ ਨਾ ਮੰਨੇ ਉਹ ਵੀ ਕਾਫਰ, ਤੇ ਉਹਨਾਂ ਨੂੰ ਜਾ ਕੇ ਸਲਾਮ ਕਰਨਾ, ਤੇ ਫਿਰ ਉਸ ਫਤਵੇ ਦੀ ਦੇਣ ਵਾਲੇ ਦੀ ਅਹਿਮੀਅਤ ਕੀ ਹੋਵੇਗੀ ਉਹਨਾਂ ਦੀ ਨਜ਼ਰ ਵਿੱਚ ਬੰਦੇ ਦੀ? ਉਹਨਾਂ ਨੂੰ ਅਸਲਾਮੁ ਅਲੈਕਮ ਕਹਿਣਾ ਵੀ ਮੇਰੇ ਭਰਾ ਨੇ, ਇਸਲਾਮੀ ਭਰਾ ਨੇ, ਮੁਸਲਮਾਨ ਭਰਾ ਨੇ, ਤੇ ਉਸ ਬੰਦੇ ਦੀ ਮੈਂ ਫਤਵੇ ਦੀ ਨਹੀਂ, ਉਸ ਬੰਦੇ ਦੀ ਹਸੀਅਤ ਕੀ ਹੋਵੇਗੀ ਉਹਨਾਂ ਦੀ ਨਜ਼ਰ ਵਿੱਚ? ਤੇ ਉਹ ਤੇ ਸਾਰੇ ਆਮ ਭੱਟ ਸਾਹਿਬ ਕਹਿੰਦੇ ਪਏ ਨੇ ਤੇ ਉਹ ਆਮ ਮੌਲਵੀ ਹੈਗੇ ਨੇ, ਉਹਨਾਂ ਦਾ ਕਿਹੜਾ ਕੋਈ ਕੰਮ ਹੈ? ਮੈਨੂੰ ਸਮਝ ਨਹੀਂ ਆਈ ਕੀ ਆਖਿਆ ਤੁਸੀਂ, ਦੁਬਾਰਾ ਕਿਉਂ? ਮੈਂ ਕਿਹਾ ਉਹ ਜਿਹੜੇ ਜਿਨ੍ਹਾਂ ਦਾ ਫਤਵਾ ਹੈ ਉਹਨਾਂ ਨੂੰ ਤੇ ਆਮ ਮੌਲਵੀ ਕਰਕੇ ਉਹਨਾਂ ਸਾਈਡ ਤੇ ਖੜਾ ਕਰ ਦਿੱਤਾ। ਇੱਕ ਮਿੰਟ ਮੀਆਂ ਸਾਹਿਬ, ਮਾਜ਼ਰਤ ਨਾਲ ਮੈਂ ਤੁਹਾਡੇ ਸਾਰਿਆਂ ਦੀ ਗੱਲ ਟੋਕਦਾ ਵਾਂ। ਮੈਂ ਸਿਰਫ ਇੱਕ ਨਿੱਕਾ ਜਿਹਾ ਥੱਲੇ ਅਲਫਾਜ਼ ਕਹਿਣਾ ਚਾਹੁੰਦਾ ਵਾਂ। ਆਈ ਲਿਸਨ ਸਾਹਿਬ ਨੂੰ, ਜੇ ਤੇ ਇਹਨੇ ਮੂੰਹ ਬੰਦ ਰੱਖਣਾ ਵਾ ਠੀਕ ਹੈ, ਜੇ ਇੱਜ਼ਤ ਇਹਨੂੰ ਨਹੀਂ ਚਾਹੀਦੀ ਤੇ ਫਿਰ ਹੁਣ ਕਮੈਂਟ ਕਰਕੇ ਵੇਖੇ। ਨਹੀਂ ਭੱਟ ਸਾਹਿਬ, ਮੈਂ ਮਾਈਕ ਨਹੀਂ ਓਪਨ ਕਰਾਂਗਾ ਆਪਣਾ, ਮੈਂ ਮਾਈਕ ਨਹੀਂ ਓਪਨ ਕਰਾਂਗਾ ਆਪਣਾ। ਭੱਟ ਸਾਹਿਬ ਇੱਕ ਮਿੰਟ ਮਾਜ਼ਰਤ ਦੇ ਨਾਲ, ਮੈਂ ਆਪਣਾ ਮਾਈਕ ਨਹੀਂ ਓਪਨ ਕਰਾਂਗਾ। ਮੈਂ ਫਿਰ ਇਹਦੀ ਐਸੀ ਕੁੱਤੀ ਲਾਵਾਂਗੇ, ਯਾਦ ਰੱਖੇਗਾ ਠੀਕ ਹੈ ਇਹਨੂੰ, ਕਿ ਜੇ ਇੱਜ਼ਤ ਪਿਆਰੀ ਹੈ ਨਾ ਤੇ ਦੁਬਾਰਾ ਐਸੀ ਕੋਈ ਕਮੈਂਟ ਨਾ ਕਰੇ। ਜਜ਼ਾਕੱਲਾ ਬਹੁਤ ਸ਼ੁਕਰੀਆ। ਮੈਂ ਤੁਹਾਨੂੰ ਆਇਲਸਨ ਸਾਹਿਬ, ਮੈਂ ਤੁਹਾਨੂੰ ਨਾ ਸਿਰਫ 35-30 ਸੈਕਿੰਡ ਵਾਸਤੇ ਮਿਊਟ ਕਰ ਰਿਹਾ, ਤੇ ਤੁਸੀਂ ਨਾ ਇਹ ਜੀ ਕੋਈ ਗੱਲ ਕਰੋ ਕਿ ਫਿਰ ਮੈਨੂੰ ਮੁਕੰਮਲ, ਕਿਉਂਕਿ ਜਿਸ ਬੰਦੇ ਦੇ ਕਮੈਂਟਾਂ ਨਾਲ ਇੰਤਸ਼ਾਰ ਪੈ ਰਿਹਾ ਹੋਵੇ ਨਾ, ਚਾਹੇ ਉਹ ਅਹਿਮਦੀ ਹੋਏ ਚਾਹੇ ਦੂਸਰਾ ਹੋਏ, ਮੈਂ ਫਿਰ ਉਹਨੂੰ 1-2 ਵਾਰਨਿੰਗਾਂ ਤੋਂ ਬਾਅਦ ਜਿਹੜਾ ਫਿਰ ਫੁੱਲ ਲਾਈਵ ਵਿੱਚ ਮਿਊਟ ਕਰ ਛੱਡਣਾ, ਤਾਂ ਕਿ ਮੀਆਂ ਸਾਹਿਬ ਮਾਹੌਲ। ਜੀ ਭਾਈ ਮੀਆਂ ਸਾਹਿਬ, ਮੈਂ ਮੁਕਰਮ ਮੁਹਤਰਮ ਭੱਟ ਸਾਹਿਬ ਦੇ ਬਾਰੇ ਕੋਈ ਕਮੈਂਟਸ ਜਿਹੜਾ ਹੈ ਨਾ, ਕੋਈ ਗਲਤ ਕਮੈਂਟਸ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਨਹੀਂ, ਮੈਂ ਕਿਸੇ ਦੇ ਮੁਤਲਕ ਵੀ ਨਹੀਂ ਕਰ ਸਕਦਾ, ਨਾ ਤੁਹਾਡੇ ਮੁਤਲਕ। ਕੀ ਗੱਲ ਹੈ ਚਾਹਤ ਭਾਈ, ਪਤਾ ਕੀ ਗੱਲ ਹੈ, ਇਹਨਾਂ ਦੇ ਬੰਦੇ ਆ ਕੇ ਮਾਂ ਭੈਣ ਦੀ ਗਾਲ ਵੀ ਕੱਢਣ ਨਾ ਤੇ ਤਸਦੀਕ ਕਰਵਾਓ ਤੇ ਕਹਣਗੇ ਇਸ ਮਾਮਲੇ को छोड़ें, जरा टॉपिक चेंज हो जाएगा। ਉਹਦੇ ਤੇ ਗੱਲ ਨਹੀਂ ਕਰਨਗੇ ਜਾਂ ਕਹਿ ਦੇਣਗੇ हमने सुना नहीं है। ਲੇਕਿਨ ਜਿਹੜੇ ਅਹਿਮਦੀ ਕੋਈ ਵੀ ਜਵਾਬ ਦੇਗਾ ਨਾ, ਥੋੜਾ ਜਿਹਾ ਜਿਹੜਾ ਇਹਨਾਂ ਦੇ ਮਜ਼ਾਜ ਦੇ ਮੁਤਾਬਕ ਨਾ ਹੋਵੇਗਾ ਤੇ ਉਹਨੂੰ ਇਹ ਗਾਲੀ ਸ਼ੁਮਾਰ ਕਰਦੇ ਨੇ। ਸਾਡੇ ਬਜ਼ੁਰਗਾਂ ਨੂੰ ਗਾਲੀ ਵੀ ਦਿੰਦੇ ਹੋਣ ਤੇ ਸਵਾਬ ਦਾ ਕੰਮ ਸਮਝਦੇ ਨੇ। ਇੰਨਾ ਫਰਕ ਹੈ, ਉਹਨਾਂ ਨੂੰ ਗਾਲ ਦਾ ਪਤਾ ਹੀ ਨਹੀਂ ਹੈ ਕਿ ਗਾਲ ਕਹਿੰਦੇ ਕਿਹਨੂੰ ਨੇ। ਚਲੋ ਠੀਕ ਹੈ ਆਪਣਾ ਜੀ, ਮੈਂ ਉਹਨਾਂ ਨੂੰ ਗੱਲ ਕਰਨੀ ਸੀ, ਮੈਂ ਕਰ ਦਿੱਤੀ ਹੈ, ਸਮਝਦਾਰ ਨੇ। हाँ जी, लेकिन जी अपना बिन आदम साहब वेलकम। अच्छा जहाद अकबर भाई, एक मिनट छोटा, जहाद अकबर भाई आप भी ना कमेंट जो है ना वो ये बकवास ना करें, इज्जत नहीं जाए, छोड़ दें इसे। तो
कोई मसला नहीं। तो ठीक है जी लियोन भाई, लियोन साहब या साहब हैं, मैंने उनको भी कह दिया, तो आप भी प्लीज़ एहतियात करें जी। बिन आदम साहब ਸਰ ਤੁਸੀਂ ਖੁਦ ਹੀ ਕਹਿ ਛੱਡਿਆ, ਮੈਂ ਤੇ ਇਸੀ ਵਾਸਤੇ ਉੱਤੇ ਆਇਆ ਸਾਂ, ਉਹ ਨਹੀਂ ਆ ਸਕਦੇ ਸਨ, ਲੇਕਿਨ ਜਹਾਦ ਅਕਬਰ ਸਾਹਿਬ ਥੱਲੇ ਕਮੈਂਟਸ ਕੀਤਾ ਸੀ ਕਿ ਤੇਰਾ ਪਿਓ ਉੱਤੇ ਆ ਚੁੱਕਾ ਹੈ। चलो मैं मकसद है कि ਤੁਹਾਡੇ ਤੋਂ ਪਹਿਲੇ ਹੀ ਫਿਰ ਵੇਖ ਲਓ ਗੱਲ ਕਰ ਦਿੱਤੀ ਹੈ। ਤੇ ਮੋਹਤਰਮ ਇਸ ਚੀਜ਼ ਨਾਲ ਮੀਆਂ ਜੀ ਅਗਰ ਨਾਰਾਜ਼ ਨਾ ਹੋ ਤੇ ਬੰਦਾ ਪਹਿਲੇ ਹੀ ਖਿਆਲ ਕਰ ਲਵੇ, ਉਹਨੂੰ ਟੋਕ ਦੇਵੇ ਕਿ ਯਾਰ ਤੂੰ ਖੁਦ ਨਾ ਇੰਜ ਕਮੈਂਟ ਕਰਕੇ ਉਹਨਾਂ ਦਾ ਅੱਗੋਂ ਰੱਦ ਅਮਲ ਆਵੇ। ਇਹ ਜਿਹੜੀ ਗੱਲ ਤੁਸੀਂ ਸਾਨੂੰ ਮਾਈਕ ਤੇ ਸਮਝਾਉਣ ਆਏ ਨਾ ਤੇ ਗੱਲ ਤੁਹਾਡੀ ਮਿਹਰਬਾਨੀ। ਮੈਂ ਮਿਹਰਬਾਨੀ ਕਰਨ ਲਿਆ ਸੁਣ ਤਾਂ ਲਓ ਨਾ, ਮੈਂ ਕੋਈ ਗਲਤ ਗੱਲ ਕਰਾਂਗਾ ਨਾ ਤਾਂ ਮੀਆਂ ਜੀ ਦਾ ਇਤਬਾਰ ਨਹੀਂ ਤੁਹਾਨੂੰ, ਜੇ ਅਗਰ ਮੈਂ ਗਲਤ ਗੱਲ ਕਰਾਂਗਾ ਨਾ ਮੀਆਂ ਸਾਹਿਬ ਤੁਹਾਨੂੰ ਮੀਆਂ ਸਾਹਿਬ ਤੇ ਇਤਬਾਰ ਨਹੀਂ। ਚਲੋ ਜ਼ਰਾ ਚੁੱਪ ਕਰਾਓ, ਮੈਨੂੰ ਗਲਤ ਇੱਕ ਮਿੰਟ ਕੋਈ ਗੱਲ ਨਹੀਂ ਬਿਨ ਭਾਈ, ਅਗਰ ਉਹਨਾਂ ਨੇ ਕੋਈ ਐਸੀ ਗੱਲ ਕੀਤੀ ਜਿੰਦਾ ਜਵਾਬ ਤੁਹਾਡਾ ਦੇਣਾ ਜ਼ਰੂਰੀ ਹੈ ਤਾਂ ਮੈਂ ਤੁਹਾਨੂੰ ਬਿਲਕੁਲ ਪੂਰਾ ਮੌਕਾ ਦਾਂਗਾ। ਹੁਣ ਮੈਂ ਜਿਹੜੀ ਗੱਲ ਕਰਨ ਲਿਆ ਸਾਂ ਹੁਣ ਮੈਨੂੰ ਮੈਂ ਗੱਲ ਕਰਾਂਗਾ। ਜਿਸ ਵੇਲੇ ਨਹੀਂ ਗੱਲ ਹੁੰਦੀ ਨਾ ਤਾਂ ਸਰਕਾਰ ਹਮੇਸ਼ਾ ਉਸ ਬੰਦੇ ਨੂੰ ਰੋਕੀ ਤਾਂ ਜਿਹੜਾ ਸ਼ਰਾਰਤ ਪਹਿਲਾਂ ਕਰੇ, ਕਿਉਂਕਿ ਮਾਹੌਲ ਉਹਦੀ ਵਜ੍ਹਾ ਨਾਲ ਖਰਾਬ ਹੋ ਰਿਹਾ। ਚਲੋ ਭੱਟ ਸਾਹਿਬ ਮੈਨੂੰ ਦੱਸੋ ਉਹਨਾਂ ਨੇ ਕੋਈ ਗਲਤ ਕਮੈਂਟ ਕੀਤਾ ਤੇ ਦੱਸੋ ਤੁਸੀਂ। ਹਾਂ ਜੀ, ਉਹਨਾਂ ਨੂੰ ਮੈਂ ਕਿਹਾ ਕਿ ਮੈਨੂੰ ਸਬੂਤ ਦੇਣ ਕਿ ਮੈਂ ਜਿਹੜੀ ਗਾਲ ਦਿੱਤੀ ਹੈ ਉਹਨਾਂ ਕੋਲ ਹੈ ਨਹੀਂ, ਤਾਂ ਹੁਣ ਮੈਂ ਇਲਜ਼ਾਮ ਲਾ ਸਕਦਾ ਨਹੀਂ ਹੈ ਸਬੂਤ, ਉਹਨਾਂ ਕੋਲ ਨਹੀਂ ਹੈ ਸਬੂਤ। ਉਸ ਤੋਂ ਬਾਅਦ ਉਹਨਾਂ ਨੇ ਕੁਝ ਕਿਹਾ, ਉਹਨਾਂ ਨੇ ਫੇਰ ਮੇਰੇ ਤੇ ਫੇਰ ਇਹੀ ਤੁਹਾਨੂੰ ਗਾਲ ਦਿੱਤੀ ਹੋਵੇ ਉਹਨਾਂ ਨੇ 2-3 ਵਾਰੀ ਇਲਜ਼ਾਮ ਤੇ ਭੱਟ ਸਾਹਿਬ ਇਲਜ਼ਾਮ ਤੇ ਇੱਥੇ ਸਾਰੇ ਇੱਕ ਦੂਜੇ ਤੇ ਲਾ ਰਹੇ ਨੇ, ਲੇਕਿਨ ਅਗਰ ਗਾਲੀ ਗਲੋਚ ਕੀਤੀ ਤੁਸੀਂ ਦੱਸੋ ਉਹਨਾਂ ਨੇ ਗਾਲ ਦਿੱਤੀ ਹੈ। अच्छी गाल है। नहीं इब्ने आदम साहब देखें, उन्होंने लिखा ना कि भट्ट साहब गालियाँ देते हैं, तो भट्ट साहब ने पूछ दिया कि आप कोई सबूत, उसके बाद जब सबूत नहीं है तो एक समझदार इंसान जो है ना उस बात को दोहराना छोड़ देता है। तो बेहतर भी यही होता है, इससे मकसद है कि मसला हल हो जाता है, ख़त्म हो जाता है। लेकिन बार बार उसको रिपीट करने से ना फिर इसी तरह का माहौल हो जाता है। तो इससे हमें अवॉइड करना आप भी माशाल्लाह एजड आदमी हैं, लेकिन अगर तो वो कोई गाली लिख रहे हैं तो फिर तो हम कह सकते हैं कि उसने गाली लिखी है नीचे। जी ठीक है ना। अगर वो गाली नहीं लिख रहा है, एक कमेंट्स कर रहा है, ठीक है, अपने मुनासिब अंदाज में कर रहा है, तो भट्ट साहब ने उसको आंसर दे दिया तेरे पास कोई सबूत है तो सबूत दे, ठीक है। उसके पास नहीं है, वो बस लिखता रहे, अब जो मर्जी लिख, लेकिन गाली तो नहीं दे रहा। एक मिनट भट्ट साहब, भट्ट साहब मेहरबानी, मैं गल कर लांगा भट्ट साहब, टेंशन ना लो जी। मैं तो फकत इस वास्ते आया कि जहाद साहब ने थले गाली लिखी है, ठीक है, ਉਸ ਨਾਲ ਤੁਸੀਂ ਇਗਨੋਰ ਕਰਕੇ ਬਾਰ-ਬਾਰ ਤੁਸੀਂ ਲੀਵ ਦੇ ਮੈਸੇਜ ਨੂੰ ਰੀਡ ਕਰਕੇ ਉਹਨੂੰ ਕਹਿ ਰਹੇ ਕਿ ਮੈਂ ਤੁਹਾਨੂੰ 5 ਮਿੰਟ ਵਾਸਤੇ ਮਿਊਟ ਕਰ ਰਿਹਾ ਹਾਂ। अच्छा नहीं 5 सेकंड, जहाद साहब ऊपर बैठे हुए ने, 5 सेकंड मियां साहब मैं आपके नाल मुखातब हो सकदा जरा 1 मिनट वास्ते। जहाद अकबर साहब मेरे नाल इस तरह गल मजीद बढ़ेगी। एक मिनट सिर्फ खत्म करने इब्ने आदम साहब 1 मिनट जी। अच्छा ਜਦੋਂ ਜਿਹੜਾ ਇਬਨ ਆਦਮ ਸਾਹਿਬ ਦੀ ਗੱਲ ਦਾ ਜਵਾਬ ਭੱਟ ਸਾਹਿਬ ਦੇ ਮੁਤਲਕ ਜਾਂ ਜਹਾਦ ਅਕਬਰ ਦੇ ਮੁਤਲਕ ਮੇਰੇ ਕੋਲ ਨਾ ਹੋਇਆ ਤੇ ਮੈਂ ਉਹਨਾਂ ਨੂੰ ਖੁਦ ਤੁਹਾਨੂੰ ਕਹਿ ਦਾਂਗਾ ਕਿ ਜਨਾਬ ਇੱਥੇ ਤੁਸੀਂ ਜਵਾਬ ਦਿਓ, ਤੇ ਜਿੰਨਾ ਤੇ ਮੇਰੇ ਕੋਲ ਜਵਾਬ ਹੋਇਆ ਤੇ ਫਿਰ ਜ਼ਰਾ ਤੁਸੀਂ ਹੌਸਲਾ ਕਰੋ ਤੇ ਕੋਈ ਨਹੀਂ ਏਡੀ ਗੱਲ। ਤੇ ਵੈਸੇ ਮੈਨੂੰ ਤੇ ਮੈਂ ਇਹਨਾਂ ਦੀਆਂ ਸਾਰੇ ਕਮੈਂਟ ਪੜ੍ਹ ਰਿਹਾ ਜਹਾਦ ਅਕਬਰ ਦੇ, ਮੈਨੂੰ ਕਿਤੇ ਕੋਈ ਗਾਲ ਹਾਲੇ ਤੱਕ ਨਹੀਂ ਜੇ ਨਜ਼ਰ ਆਈ। ਮੈਂ ਸਰ ਤੁਹਾਨੂੰ ਉਸਨੇ ਐਸਐਸ ਸੈਂਡ ਕਰ ਦੇਣਾ। एक दो मैसेज उन्होंने किया थे मियां साहब, मैं 1 मिनट गल सुनो यार, 1 मिनट खलो भी जाना। 2 मैसेज ऐसे है सी, एक उन्होंने क्या सी इज्जत करानी चाहिए है, एक उन्होंने क्या सी बकवास ना कर। जी ए 2 मैसेज ऐसे है। एक उन्होंने ये भी मैसेज किया सी कि तेरा बाप उते आ चुका है। जहाद अकबर साहब दा मैसेज है, बकवास ना कर। हाँ है वे, गलत गल नहीं करनी। चलो इसी ते मेरे थोड़े से जी इतराज, लेकिन कोई गल नहीं। देखो ऐसी वेख के मन के तुहानू दस दिता ना, ये बहुत अच्छी गल होंदी है, बंदा उस गलती